वह प्रगट्यो मर्द अगमड़ा, वरियांब अकेला। वाहो वाहो गोबिंद सिंह, आपे गुर चेला। नासरो मनसूर गुर गोबिंद सिंह, हे जदी मंजूर गुर गोबिंद सिंह। हक रागंजूर गुर गोबिंद सिंह। जुमला फैजे नूर गुर गोबिंद सिंह। हक हक आगाह गुर गोबिंद सिंह। साहे शहनशाह गुर गोबिंद सिंह। बारदो आलम शाह गुर गोबिंद सिंह। खसम राजांकाह गुर गोबिंद सिंह। हक हक आईना गुर गोबिंद सिंह। खालसो बेकीना गुर गोबिंद सिंह। आत्म रस जेह जानही, सो है खालस देव। प्रभ मह मोह मह तास मह, रंचक नाहन भेव। जजन भजन मम खालसा, खालसा पूजबे जोग। दास गोबिंद सिंह फतेह खालसा, दरस परस मिटे सोग। खालसा अकाल पुरख की फौज, प्रगट्यो खालसा परमात्म की मौज। खालसा मेरो रूप है खास, खालसे मैं हूँ करो निवास। खालसा मेरो मुख है अंग, खालसे के हो बस्त सद संग। खालसा मेरो सज्जन परवार, खालसा मेरो करत उधार। खालसा मेरो पिंड प्रान,
ਖਾਲਸਾ ਮੇਰੀ ਜਾਨ ਕੀ ਜਾਨ। ਉਪਮਾ ਖਾਲਸਾ ਹੈ ਜਾਤ ਨਾ ਕਹੀ। ਜਿਹਵਾ ਏਕ ਪਾਰ ਨਹਿ ਲਹੀ। ਯਾ ਬਹਿ ਰੰਚ ਨਾ ਮਿਥਿਆ ਭਾਖੀ। ਪਾਰ ਬ੍ਰਹਮ ਗੁਰ ਨਾਨਕ ਸਾਖੀ। ਸ਼ੇਸ਼ ਰਸਨ ਸਾਰਦ ਸੀ ਬੁੱਧ। ਤਦਪਨਾ ਉਪਨਾ ਉਪਮਾ ਬਰਨਤ ਸੁਧ। ਯਾ ਮੈਂ ਮਿਥਿਆ ਰੰਚ ਨਾ ਭਾਖੀ। ਪਾਰ ਬ੍ਰਹਮ ਗੁਰ ਨਾਨਕ ਸਾਖੀ। ਮੂਕ ਉਚਰੈ ਸ਼ਾਸਤਰ ਖਾਟ। ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾ ਤੇਰੀ ਸਰਣ। ਤੇਰੇ ਜੋਰ ਗੁੰਗਾ ਕਹਤਾ ਹੂੰ। ਤੇਰਾ ਸਦਕਾ ਤੇਰੀ ਸਰਣ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਧੀਰਨ ਕਿਉ ਵਾਢੀਆ। ਜਿਨਾ ਪ੍ਰੇਮ ਬਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਤੋਹ। ਵੈਸਾਖ ਧੀਰਨ ਕਿਉ ਵਾਢੀਆ। ਜਿਨਾ ਪ੍ਰੇਮ ਬਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੈ। ਲੱਗੀ ਮਾਇਆ ਤੋਹ। ਪੁੱਤਰ ਕਲੱਤਰ ਨਾ ਸੰਗ ਧਨਾ। ਹਰ ਅਵਨਾਸੀ ਓਹ। ਪਲਚ ਪਲਚ ਸਗਲੀ ਮੁਈ। ਝੂਠੈ ਧੰਦੈ ਮੋਹ। ਇਕਸ ਹਰ ਕੇ ਨਾਮ ਬਿਨ। ਅੱਗੇ ਲਈਐ ਖੋਹੇ। ਦਈਓ ਵਿਸਾਰ ਵਿਗੁਚਣਾ। ਪ੍ਰਭ ਬਿਨ ਅਵਰ ਨ ਕੋਇ। ਪ੍ਰੀਤਮ ਚਰਣੀ ਜੋ ਲੱਗੇ। ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ। ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ। ਜਾ ਸੰਤ ਭੇਟੈ ਹਰਿ ਸੋਏ। ਨਾਨਕ ਕੀ ਪ੍ਰਭ ਬੇਨਤੀ। ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ। ਜਾ ਸੰਤ ਭੇਟੈ ਹਰਿ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਿਰਪਾ ਦੇਖ ਜਾਣੇ ਜੁਗੋ ਜੁਗ ਅਟਲ ਦਸਾਹੀ ਪਾਤਸ਼ਾਹਾਂ ਦੀ ਜਾਗਦੀ ਜੋਤ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋ ਦਮਦਮੀ ਟਕਸਾਲ ਸੱਤਰਵਾਲਾ ਵਿਖੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਵਿਸ਼ੇਸ਼ ਦੀਵਾਨਾਂ ਵਿੱਚ ਜੋ ਅੱਜ ਸੰਗਰਾਂਦ ਦਾ ਦਿਹਾੜਾ ਹੈ, ਖਾਲਸੇ ਦਾ ਸਾਜਨਾ ਦਿਵਸ ਹੈ। ਧੰਨ ਗੁਰੂ ਗਰੀਬ ਨਿਵਾਸ ਜੀ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਤੋਂ 5 ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਹੋਰ ਬੇਅੰਤ ਗੁਰਬਾਣੀ ਦੇ ਜਾਪ ਹੋਏ। ਸਤਿਗੁਰੂ ਗਰੀਬ ਨਿਵਾਸ ਜੀ ਦੇ ਦੋਨੋਂ ਸਰੂਪਾਂ ਦੀ ਪ੍ਰਕਾਸ਼ਮਾਨ ਦੀ ਸੇਵਾ ਹੋਈ। ਸਤਿਗੁਰੂ ਗਰੀਬ ਨਿਵਾਸ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸੋ ਹੁਕਮਨਾਮੇ ਬਖਸ਼ਿਸ਼ ਕੀਤੇ ਹਨ। ਉਪਰੰਤ ਹਜ਼ੂਰੀ ਰਾਗੀ ਜਥੇ ਨੇ ਅੰਮ੍ਰਿਤਮਈ ਬਾਣੀ ਆਸਾਂ ਮਨੋਰਥਾਂ ਨੂੰ ਪੂਰੀ ਕਰਨ ਵਾਲੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਸੇ ਤਰ੍ਹਾਂ ਉਪਰੰਤ ਹੋਰ ਅੰਮ੍ਰਿਤ ਬਾਣੀ ਦੇ ਜਾਪ 12 ਮਾਹ ਤੁਖਾਰੀ, 12 ਮਾਹ ਮਾਝ ਇਤਿਆਦਿਕ ਬੇਅੰਤ ਬਾਣੀ ਦੇ ਜਾਪ ਹੋਏ। ਵਡਭਾਗੀ ਰੂਹਾਂ ਨੇ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਭ ਪ੍ਰਾਪਤ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਫਲ ਦਰਸ਼ਨ ਕਰਕੇ ਭਾਰੀ ਲਾਭ ਪ੍ਰਾਪਤ ਕੀਤਾ ਹੈ। ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਫਲ ਦਰਸ਼ਨ ਕਰਨ ਦਾ ਭਾਰੀ ਮਹਾਤਮ ਹੈ। ਵਿਦਵਾਨ ਜਨ ਲਿਖਦੇ ਹਨ, ਸੀਸ ਨਿਵਾਇਆ ਗਿਰ ਪਰੈ ਬਹੁ ਪਾਪਨ ਕੀ ਪੋਟ, ਤਾਤੇ ਸੀਸ ਨਿਵਾਈਐ ਲਗੈ ਨ ਜਮ ਕੀ ਚੋਟ। ਜਿਵੇਂ ਕਿਸੇ ਨੇ ਭਾਰੀ ਪੰਡ ਬੋਝ ਸਿਰ ਤੇ ਰੱਖਿਆ ਹੋਵੇ, ਭਾਰੀ ਪੰਡ ਚੁੱਕੀ ਹੋਵੇ, ਜੇ ਉਹ ਸਿਰ ਨਿਵਾ ਦੇ, ਗਰਦਨ ਝੁਕਾ ਦੇ, ਤਾਂ ਉਹ ਜੋ ਬੋਝ ਹੈ ਉਹ ਗਿਰ ਜਾਂਦਾ ਹੈ। ਇਸੇ ਤਰ੍ਹਾਂ ਅਲਪੱਗ ਜੀਵ ਜਾਣੇ ਅਣਜਾਣੇ ਦੇ ਵਿੱਚ ਭੈੜੇ ਸੰਸਕਾਰਾਂ ਰੂਪ ਇਹ ਜੋ ਪਾਪ ਕਮਾਉਂਦਾ ਹੈ ਔਰ ਆਪਣੇ ਸਿਰ ਤੇ ਬੋਝ ਚੁੱਕਦਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਆ ਕੇ ਨਿਰਸ਼ਾਲੋ ਕਰਕੇ, ਨਿਮਾਣਾ ਬਣ ਕੇ, ਨਿਤਾਣਾ ਬਣ ਕੇ ਸੀਸ ਝੁਕਾਉਂਦਾ ਹੈ ਨਾ, ਤਾਂ ਗੁਰੂ ਕੇ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੰਖ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਇਆਰਾ। ਅਨੇਕਾਂ ਖਤਾ ਪਾਪਾਂ ਨੂੰ ਖਿਨ ਮਾਤਰ ਵਿੱਚ ਬਖਸ਼ਣ ਵਾਲੇ ਸਤਿਗੁਰੂ ਜੀ ਆਪਣੀ ਜੇ ਦਇਆ ਕਰਨ, ਮਿਹਰ ਦੇ ਘਰ ਵਿੱਚ ਆਉਣ ਤਾਂ ਸਤਿਗੁਰੂ ਖਿਨ ਮਾਤਰ ਵਿੱਚ ਬਖਸ਼ਿਸ਼ ਕਰ ਦਿੰਦੇ ਹਨ, ਬਖਸ਼ ਦਿੰਦੇ ਹਨ। ਸੋ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਸੀਸ ਝੁਕਾਉਣ ਦਾ ਬੜਾ ਭਾਰੀ ਮਹਾਤਮ ਹੈ। ਹਰ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਚਾਹੀਦੇ ਆ। ਭਗਤ ਫਰੀਦ ਜੀ ਫਰਮਾਉਂਦੇ ਹਨ ਕਿ ਜਿਹੜੇ ਜੀਵ ਸਤਿਗੁਰਾਂ ਨੂੰ ਨਿਮਦੇ ਨਹੀਂ, ਆ ਕੇ ਮੱਥਾ ਨਹੀਂ ਟੇਕਦੇ, ਕਈ ਵਾਰੀ ਦੇਖੀਦਾ ਸਤਿਗੁਰੂ ਜੀ ਦਾ ਸੋ ਅਸਵਾਰਾ ਜਾ ਰਿਹਾ ਹੋਵੇ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਦਰਸ਼ਨ ਹੋਣ ਤੇ ਤਾਂ ਵੀ ਜੀਵ ਸਿਰ ਨਹੀਂ ਝੁਕਾਉਂਦਾ।
ਕਈਆਂ ਦੀ ਇਹੋ ਜਿਹੀ ਮੱਤ, ਕਹਿੰਦੇ ਸਿਰ ਮੇਰੀ ਪੱਗ ਨਾ ਮੈਲੀ ਹੋ ਜਾਏ। ਫਰੀਦਾ ਹੋ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਗਹਿਲਾ ਰੂਹ ਨਾ ਜਾਣਈ, ਸਿਰ ਪੀ ਮਿੱਟੀ ਖਾਏ। ਕਹਿਣ ਲੱਗੇ ਮੈਂ ਜਾਣਿਆ, ਭੁਲੇਖੇ 'ਚ ਹੀ ਪਿਆ, ਮੈਂ ਜਾਣਿਆ ਕਿ ਕਿਤੇ ਸਿਰ ਝੁਕਾਇਆ ਮੇਰੀ ਪੱਗ ਨਾ ਮੈਲੀ ਹੋ ਜਾਏ। ਪਰ ਇਹ ਖਿਆਲ ਨਹੀਂ ਕਰਦਾ, ਇਹ ਗਹਿਲਾ, ਇਹ ਗਾਫਲ, ਇਹ ਮੂਰਖ ਮਨ, ਕਿ ਜਿਸ ਤੂੰ ਸਿਰ ਦੇ ਉੱਤੇ ਪੱਗ ਨੂੰ ਮੈਲੀ ਸਮਝਦਾ ਹੋ ਨਾ ਜਾਏ, ਇਹ ਸਿਰ ਨੂੰ ਵੀ ਮਿੱਟੀ ਨੇ ਖਾ ਜਾਣਾ। ਹੁਣ ਤੇ ਰੱਤੀ ਇੱਕ ਮਿੱਟੀ ਲੱਗਣ ਤੋਂ ਡਰਨ ਡਿਆ ਨਾ, ਪੱਗ ਨੂੰ ਨਾ ਲੱਗ ਜੇ, ਧੂਣੀ ਨਾ ਪੈ ਜੇ, ਇਹ ਮਿੱਟੀ ਨੇ ਖਾ ਜਾਣਾ, ਇਹਨੂੰ ਮਿੱਟੀ ਨੇ ਆਪਣੇ 'ਚ ਮਿਲਾ ਲੈਣਾ। ਕਬਰਾਂ 'ਚ ਦੱਬੇ ਗਏ, ਉਹ ਮਿੱਟੀ ਦੇ ਵਿੱਚ ਮਿੱਟੀ ਰਲ ਜਾਂਦੀ ਆ। ਔਰ ਜੇਕਰ ਉਹ ਸਾੜ ਵੀ ਦਿੱਤਾ ਜਾਵੇ, ਸਰੀਰ ਨੂੰ ਸੰਸਕਾਰ ਵੀ ਕਰ ਦਿੱਤਾ ਜਾਏ, ਉਹ ਵੀ ਸਵਾਹ ਮਿੱਟੀ 'ਚ ਰਲ ਜਾਂਦੀ ਆ। ਸੋ ਇਸ ਪ੍ਰਕਾਰ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵਚਨ ਲਿਖਿਆ ਕਿ ਜਿਹੜਾ ਸਿਰ ਸਤਿਗੁਰਾਂ ਦੇ ਅੱਗੇ ਨਹੀਂ ਨਾ ਨਿਉਂਦਾ, ਉਸ ਸਿਰ ਨੂੰ, ਉਸ ਪਿੰਜਰ ਨੂੰ ਰੱਖ ਕੇ ਕੀ ਕਰਨਾ। ਸੋ ਉਹਨੂੰ ਤਾਂ ਸਾੜ ਦੇਣਾ ਚਾਹੀਦਾ ਹੈ। ਭਗਤ ਫਰੀਦ ਜੀ ਵੀ ਇਸੇ ਤਰ੍ਹਾਂ ਦਾ ਬਚਨ ਲਿਖਦੇ ਆ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਇ। ਕੁੰਨੇ ਹੇਠ ਜਲਾਈਐ, ਬਾਲਣ ਸੰਦੈ ਥਾਏ। ਜਿਹੜਾ ਸੀਸ ਨਹੀਂ ਨਿਉਂਦਾ ਮਾਲਕ ਦੇ ਅੱਗੇ, ਪ੍ਰਭੂ ਦੇ ਅੱਗੇ, ਉਹਨੂੰ ਰੱਖ ਕੇ ਕੀ ਕਰਨਾ। ਉਹਨੂੰ ਤਾਂ ਇਹ ਭਾਈ ਕੁੰਨੇ ਦੇ ਹੇਠਾਂ, ਤੌੜੀ ਦੇ ਹੇਠਾਂ ਬਾਲਣ ਦੀ ਥਾਂ ਉਹਨੂੰ ਬਾਲ ਦੇਣਾ ਚਾਹੀਦਾ। ਇਸ ਕਰਕੇ ਵੱਡ ਭਾਗੀ ਰੂਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸਫਲ ਦਰਸ਼ਨ ਕੀਤੇ ਆ। ਸਤਿਗੁਰੂ ਜੀ ਦੇ ਦਰਸ਼ਨਾਂ ਦਾ ਬੜਾ ਭਾਰੀ ਮਹਾਤਮ ਹੈ। ਸੋ ਅੰਮ੍ਰਿਤ ਬਾਣੀ ਮੁਖ ਤੋਂ ਉਚਾਰਨੀ ਅਤੇ ਕੰਨਾਂ ਦੇ ਨਾਲ ਸਰਵਣ ਕਰਨੀ, ਇਹਦਾ ਕੋਈ ਅੰਤ ਨਹੀਂ। ਕਿੰਨਾ ਭਾਰੀ ਮਹਾਤਮ ਹੈ। ਇਹ ਜੀਵ ਦੇ ਕਰੋੜਾਂ ਗੁਨਾਹ ਜੋ ਕੀਤੇ ਆ, ਪਾਪ ਕੀਤੇ ਜਾਣੇ ਅਣਜਾਣੇ ਵਿੱਚ, ਸਤਿਗੁਰੂ ਬਖਸ਼ ਲੈਂਦੇ ਹਨ। ਹਰ ਰੋਜ਼ ਨਿਯਮ ਦੇ ਨਾਲ ਕੋਈ ਜੀਵ 5-10 ਮਿੰਟ ਵੀ ਸੰਗਤ ਕਰੇ ਨਾ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖਿਆ, ਕਹਿਣ ਲੱਗੇ ਰਹੇ ਨਾ ਸਹਿਸਾ ਸੋਗ, ਝਾਤੀ ਪਾਵਣੀ। ਸੰਸੇ ਸੋਗ ਚਿੰਤਾਵਾਂ ਦੂਰ ਹੋ ਜਾਂਦੀਆਂ, ਇਕੱਲੇ ਸੰਗਤ ਦੇ ਆ ਕੇ ਦਰਸ਼ਨ ਕਰ ਲੈਣੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ। ਸੋ ਸਤਿਗੁਰੂ ਜੀ ਦੀ ਬੇਅੰਤ ਬਖਸ਼ਿਸ਼ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਘਰਾਂ ਦੇ ਵਿੱਚ ਇੱਕ ਸਤਸੰਗਤ ਬਣਾ ਦਿੱਤੀ। ਨਗਰਾਂ ਵਿੱਚ, ਸ਼ਹਿਰਾਂ ਪਿੰਡਾਂ ਕਸਬਿਆਂ ਦੇ ਵਿੱਚ ਜਿੱਥੇ ਵੀ ਗੁਰੂ ਕੇ ਸਿੱਖ ਜੁੜੇ ਆ, ਗੁਰੂ ਨਾਨਕ ਨਾਮ ਲੈਵਾ ਸਿੱਖ ਰਹਿੰਦੇ ਆ। ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਇੱਕ ਸਿੱਖ ਜਿਹੜਾ ਉਹ ਇਕੱਲਾ ਵੀ ਨਾਮ ਜਪ ਸਕਦਾ। ਦੋ ਸਿੰਘ ਮਿਲ ਕੇ, ਦੋ ਸਿੱਖ ਮਿਲ ਕੇ ਨਾਮ ਜਪ ਰਹੇ ਤੇ ਸਾਧ ਸੰਗਤ ਬਣ ਗਈ, ਸਾਧ ਸੰਗ। ਪੰਜ ਜਿੱਥੇ ਗੁਰੂ ਕੇ ਤਿਆਰ ਬਰ ਤਿਆਰ ਸਿੱਖ ਸਿੰਘ ਤਿਆਰ ਸੋ ਮਿਲ ਗਏ, ਉਹਨਾਂ 'ਚ ਤੇ ਪਰਮੇਸ਼ਰ ਦਾ ਆਪ ਵਾਸਾ ਜਾਣੋ। ਉੱਥੇ ਦਾ ਪਰਮੇਸ਼ਰ ਦਾ ਵਾਸਾ ਜਾਣੋ ਪੰਜਾਂ ਦੇ ਵਿੱਚ। ਕਿਉਂਕਿ ਧੰਨ ਗੁਰੂ ਕਲਗੀਧਰ ਗਰੀਬ ਨਿਵਾਜ ਜੀ ਨੇ ਅੱਜ ਦੇ ਦਿਨ 1699 ਦੀ ਵਿਸਾਖੀ ਨੂੰ 1756 ਬਿਕਰਮੀ ਸੰਮਤ
ਵਿਸਾਖ, ਇੱਕ ਵਿਸਾਖ ਨੂੰ ਸਤਿਗੁਰੂ ਗਰੀਬ ਨਿਵਾਜ ਜੀ ਨੇ ਸੋ ਖਾਲਸਾ ਸਾਜਿਆ। ਜੋ ਵਚਨ ਸਤਿਗੁਰੂ ਜੀ ਨੇ ਆਪਣੀ ਰਚਨਾ ਦੇ ਵਿੱਚ ਵਿਚਿੱਤਰ ਨਾਟਕ ਵਿੱਚ ਕੀਤੇ ਸੀ ਨਾ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਨ ਪਕਰ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਕਾਰਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ, ਜਿੱਥੇ ਖਾਲਸੇ ਦਾ ਇਹ ਜਨਮ ਭੂਮੀ ਹੈ, ਸਥਾਨ ਹੈ, ਜਿੱਥੋਂ ਦਾ ਖਾਲਸਾ ਵਾਸੀ ਹੈ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਸੋ ਬੜਾ ਭਾਰੀ ਇਕੱਠ ਕਰਾਇਆ ਗੁਰੂ ਕੀਆਂ ਸੰਗਤਾਂ ਦਾ। ਨਾਮ ਲੈਵਾ ਸੰਗਤਾਂ ਸਨ। ਹੁਕਮਨਾਮੇ ਸਾਹਿਬ ਭੇਜ ਕਰਕੇ, ਮਸੰਦ ਭੇਜ ਕਰਕੇ, ਗੁਰੂ ਕੇ ਸਿੱਖ ਸੋ ਭੇਜ ਕਰਕੇ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਪੁਆਧ, ਇਸੇ ਤਰ੍ਹਾਂ ਧੰਨੀ, ਖੇਪ, ਕਾਬਲ, ਕੰਧਾਰ, ਦਵਾਰਕਾ, ਦਿੱਲੀ ਔਰ ਬਿਦਰ ਤੱਕ, ਜਿੱਥੇ ਜਿੱਥੇ ਵੀ ਗੁਰੂ ਕੀਆਂ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਰਹਿੰਦੇ ਸੀ, ਸਾਰਿਆਂ ਨੂੰ ਹੁਕਮ ਨਾਮੇ ਭੇਜੇ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੋ। ਸੋ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ। ਗੁਰੂ ਪਿਆਰਿਓ, ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੋ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਇਸ ਸਥਾਨ 'ਤੇ ਪਹਿਲਾਂ ਹੀ ਬੜਾ ਸੁੰਦਰ ਤੰਬੂ ਲਗਵਾਇਆ ਔਰ ਵਿਛਾਈ ਕਰਾਈ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੋਂ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਸਥਾਨ, ਜਿੱਥੇ ਸਤਿਗੁਰੂ ਜੀ ਦੇ ਸੀਸ ਦਾ ਸੰਸਕਾਰ ਹੋਇਆ, ਗੁਰਦੁਆਰਾ ਸੀਸਗੰਜ ਸਾਹਿਬ, ਉਸ ਦੇ ਪਾਸ ਹੀ ਸਤਿਗੁਰੂ ਜੀ ਦਾ ਪਾਵਨ ਸਥਾਨ ਹੈ। ਮਹਾਰਾਜ ਜੀ ਅੰਮ੍ਰਿਤ ਵੇਲੇ ਸਮੇਤ ਸੰਗਤਾਂ ਦੇ ਚੱਲੇ, ਦੀਵਾਨ ਸਜ ਰਿਹਾ ਸੀ ਤਖਤ ਕੇਸਗੜ੍ਹ ਸਾਹਿਬ ਵਾਲੇ ਪਾਵਨ ਸਥਾਨ 'ਤੇ। ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਸੋਹਣਾ ਸਤਿਗੁਰੂ ਗਰੀਬ ਨਿਵਾਜ ਜੀ ਦਾ ਮੁਖੜਾ ਉੱਪਰ ਸੁੰਦਰ ਦਸਤਾਰਾ ਸਜਾਇਆ। ਦਸਤਾਰੇ ਦੇ ਉੱਪਰ ਦੀ ਜਿਗਾ ਦੇ ਉੱਪਰ ਕਲਗੀ ਸਜਾਈ ਹੋਈ ਹੈ ਔਰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਗਾਤਰੇ ਵੱਡੀ ਸ੍ਰੀ ਸਾਹਿਬ ਪਹਿਨੀ ਹੋਈ ਹੈ। ਇਸੇ ਤਰ੍ਹਾਂ ਸੋ ਤੀਰਾਂ ਦਾ ਭੱਥਾ ਮੋਢੇ 'ਤੇ ਹੈ। ਸੱਜੇ ਮੋਢੇ ਵੱਲ ਨੂੰ ਸਤਿਗੁਰੂ ਜੀ ਦੇ ਸੋ ਪਾਵਨ ਇਹ ਭੱਥਾ ਸਜਾਇਆ ਹੋਇਆ ਦਰਸ਼ਨ ਹੋ ਰਹੇ ਤੀਰਾਂ ਦੇ, ਔਰ ਖੱਬੇ ਮੋਢੇ 'ਤੇ ਧੰਨ ਗੁਰੂ ਗਰੀਬ ਨਿਵਾਜ ਜੀ ਦੇ ਕਮਾਨ ਸਜਾਈ ਹੋਈ ਹੈ। ਇਸ ਤਰ੍ਹਾਂ ਤਿਆਰ ਬਰ ਤਿਆਰ ਧੰਨ ਗੁਰੂ ਗਰੀਬ ਨਿਵਾਜ ਜੀ ਬਸਤਰ ਸ਼ਸਤਰ ਪਹਿਨ ਕਰਕੇ ਅਤੇ ਗੁਰੂ ਕੇ ਪਿਆਰਿਓ ਸੁੰਦਰ ਮੁਖੜਾ, ਸੋਹਣਾ ਮਸ਼ਹਿਰਾ ਔਰ ਸਤਿਗੁਰੂ ਜੀ ਦੇ ਸੁੰਦਰ ਦਾੜਾ ਸੋਭ ਰਿਹਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆ ਕੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿੰਦਿਆਂ, ਗੁਰੂ ਕੀਆਂ ਸੰਗਤਾਂ ਜਦੋਂ ਸਤਿਗੁਰੂ ਜੀ ਲੰਘ ਰਹੇ ਆ, ਸਾਰੇ ਹੀ ਮੱਥਾ ਟੇਕ ਰਹੇ ਆ, ਸੀਸ ਝੁਕਾ ਰਹੇ ਆ। ਧੰਨ ਗੁਰੂ ਕਲਗੀਧਰ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਰਾਜ, ਧੰਨ ਗੁਰੂ ਗੋਬਿੰਦ ਮਹਾਰਾਜ ਉਚਾਰ ਰਹੇ ਆ। ਗੁਰੂ ਕੇ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ
ਜਦੋਂ ਹੀ ਸਤਿਗੁਰੂ ਗਰੀਬ ਨਵਾਜ ਜੀ ਆ ਕੇ ਦੀਵਾਨ ਵਿੱਚ ਸਜੇ, ਆਸਾ ਜੀ ਵਾਰ ਦਾ ਭੋਗ ਪਿਆ। ਭੋਗ ਦੇ ਉਪਰੰਤ ਧੰਨ ਗੁਰੂ ਕਲਗੀਧਰ ਗਰੀਬ ਨਵਾਜ ਜੀ ਨੇ ਆਪਣੀ ਸ੍ਰੀ ਸਾਹਿਬ ਮਿਆਨ ਤੋਂ ਬਾਹਰ ਕੱਢੀ ਆ, ਖਿੱਚ ਕੇ ਲਿਸ਼ਕਦੀ ਹੋਈ ਬਿਜਲੀ ਦੇ ਵਾਂਗ ਸ੍ਰੀ ਸਾਹਿਬ ਗਰੀਬ ਨਵਾਜ ਜੀ ਸਟੇਜ ਦੇ ਉੱਪਰੋਂ ਗਰਜਵੀਂ ਆਵਾਜ਼ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ, ਹੈ ਕੋਈ ਸਿੱਖ ਬੇਟਾ ਕਰੇ ਸੀਸ ਭੇਟਾ। ਸੋ ਗੁਰੂ ਕੇ ਪਿਆਰਿਓ ਉਠੋ, ਸੋ ਇੱਕ ਸੀਸ ਦੀ ਲੋੜ ਹੈ, ਸਾਨੂੰ ਹਾਜ਼ਰ ਕਰੋ। ਜਦੋਂ ਗਰਜਵੀਂ ਆਵਾਜ਼ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਜੀ ਨੇ ਸ਼ੇਰ ਵਾਂਗ ਦਹਾੜ ਮਾਰੀ, ਗਰਜੇ ਸਤਿਗੁਰੂ ਸੱਚੇ ਪਾਤਸ਼ਾਹ, ਤਾਂ ਜਿੰਨੇ ਵੀ ਗੁਰੂ ਕੇ ਪਿਆਰਿਓ ਦੀਵਾਨ ਵਿੱਚ ਬੈਠੇ ਸੀ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਕਿ ਸਤਿਗੁਰੂ ਸ਼ਾਂਤ ਰਸ, ਸਤਿਗੁਰੂ ਪ੍ਰੇਮ ਦੇ ਸੋਮੇ ਅੱਜ ਬੜੇ ਵੀਰ ਰਸ ਵਿੱਚ ਹਨ। ਸੋ ਦੂਜੀ ਵਾਰ ਬਚਨ ਕੀਤਾ ਸਤਿਗੁਰੂ ਜੀ ਨੇ, ਕੋਈ ਨਾ ਉੱਠਿਆ। ਤੀਜੀ ਵਾਰ ਬਚਨ ਕਰਨ ਤੋਂ ਗੁਰੂ ਪਿਆਰਿਓ ਸੋ ਭਾਈ ਦਇਆ ਸਿੰਘ ਜੀ ਲਾਹੌਰ ਨਿਵਾਸੀ ਖੱਤਰੀ ਕੁਲ, ਸੋ ਭਾਈ ਦਇਆ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਨਾਮ ਭਾਈ ਦਇਆ ਰਾਮ ਸੀ, ਭਾਈ ਦਇਆ ਰਾਮ ਜੀ ਉੱਠੇ ਔਰ ਸਤਿਗੁਰੂ ਗਰੀਬ ਨਵਾਜ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਮੇਰਾ ਸੀਸ ਹਾਜ਼ਰ ਹੈ, ਆਪ ਜੀ ਕਿਰਪਾ ਕਰੋ ਮੇਰਾ ਸੀਸ ਸੋ ਧਰਨ ਨਾਲੋਂ ਅਲੱਗ ਕਰ ਦਿਓ। ਧੰਨ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਕਿ ਸਿੱਖਾ ਕਿ ਤੈਨੂੰ ਘਰ ਵਿੱਚ ਕੋਈ ਦੁੱਖ ਤਕਲੀਫ ਤਾਂ ਨਹੀਂ, ਤੇਰੇ ਸਰੀਰ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗੀ? ਕਹਿਣ ਤੋਂ ਭਾਵ ਇਹ ਵੀ ਤੂੰ ਕਿਸੇ ਖੁਸ਼ੀ ਨਾਲ ਹੀ ਸੀਸ ਦੇ ਰਿਹਾ ਕਿ ਕਿਸੇ ਵੇਲੇ ਕਈ ਵਾਰੀ ਹੁੰਦਾ ਕੋਈ ਘਰੋਂ ਲੜ ਕੇ ਆ ਕਹਿੰਦਾ ਚਲੋ ਜਾ ਕੇ ਆਪਾਂ ਆਪਣਾ ਸਰੀਰ ਜਿਹੜਾ ਹੈ ਇਹਨੂੰ ਖਤਮ ਕਰ ਦਈਏ। ਬੜੇ ਪ੍ਰੇਮ ਦੇ ਨਾਲ ਗਰੀਬ ਨਵਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਦੋਂ ਤੂੰ ਆਪ ਜੀ ਦੀ ਸ਼ਰਨ ਆਇਆ ਸੱਚੇ ਪਾਤਸ਼ਾਹ ਸੀਸ ਆਪ ਜੀ ਦਾ ਸਮਝਿਆ, ਮੈਨੂੰ ਮਾਫੀ ਦਿਓ, ਮੈਂ ਪਹਿਲੇ ਵਚਨ ਨਾਲ ਨਹੀਂ ਉੱਠਿਆ, ਤੀਜਾ ਵਚਨ ਕਿਉਂ ਮੈਂ ਕਹਿਣ ਸੋ ਦੇਰੀ ਕਿਉਂ ਲਗਾਈ, ਤੀਜੇ ਵਚਨ ਨਾਲ ਕਿਉਂ ਉੱਠਿਆ। ਉਸ ਸਮੇਂ ਗੁਰੂ ਕੇ ਪਿਆਰਿਓ ਸੋ ਸਤਿਗੁਰੂ ਗਰੀਬ ਨਵਾਜ ਜੀ ਨੇ ਭਾਈ ਦਇਆ ਰਾਮ ਜੀ ਨੂੰ ਪਕੜਿਆ ਬਾਂਹ ਤੋਂ ਔਰ ਲੈ ਗਏ ਤੰਬੂ ਦੇ ਅੰਦਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕੋ ਵਾਰ ਦੇ ਨਾਲ ਭਾਈ ਦਇਆ ਰਾਮ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਔਰ ਖੂਨ ਨਾਲ ਲਿਬੜੀ ਹੋਈ ਸ੍ਰੀ ਸਾਹਿਬ ਲੈ ਕਰਕੇ ਸਤਿਗੁਰੂ ਜੀ ਫੇਰ ਸਟੇਜ ਤੇ ਆਏ। ਦੀਵਾਨ ਵੱਲ ਮੁੱਖ ਕਰਕੇ ਸਤਿਗੁਰੂ ਜੀ ਨੇ ਫੇਰ ਉੱਚੀ ਆਵਾਜ਼ ਦੇ ਨਾਲ ਉਹੀ ਬਚਨ ਦੁਹਰਾਏ ਕਿ ਉਠੋ ਕੋਈ ਗੁਰੂ ਕਾ ਸਿੱਖ ਔਰ ਸੀਸ ਭੇਟਾ ਕਰੋ, ਹੋਰ ਸੀਸ ਦੀ ਲੋੜ ਹੈ। ਗੁਰੂ ਪਿਆਰਿਓ ਖੂਨ ਨਾਲ ਲਿਬੜੀ ਹੋਈ ਸ੍ਰੀ ਸਾਹਿਬ ਨੂੰ ਵੇਖ ਕੇ, ਤਲਵਾਰ ਨੂੰ ਵੇਖ ਕੇ ਜਿਹੜੇ ਤਾਂ ਬੈਠੇ ਸੀ ਜੋਸ਼ ਕਊਏ ਕੁਣਕੇ ਕੇ ਭਾਜ ਗਏ ਇੱਕ ਠੁਣਕੇ ਕੇ, ਜਿਨ੍ਹਾਂ ਨੂੰ ਤਾਂ ਪ੍ਰੇਮ ਸੀ ਕਹਿੰਦੇ ਸਾਡਾ ਬੜਾ ਪ੍ਰੇਮ ਹੈ ਗੁਰੂ ਮਹਾਰਾਜ ਨਾਲ। ਉੱਥੇ ਬੜਾ ਹੀ ਸੁੰਦਰ ਸਵੇਰੇ ਸਵੇਰੇ ਖੁੱਲੇ ਗੱਫੇ ਮਿਲਦੇ ਦੇਸੀ ਘਿਓ ਦੇ ਕੜਾਹ ਦੇ, ਗੁਰੂ ਕੇ ਲੰਗਰਾਂ ਦੇ ਵਿੱਚ ਵੀ ਬੜਾ ਸੁੰਦਰ ਭੋਜਨ ਬਣਦਾ, ਸੋ ਖੀਰਾਂ ਬਣਦੀਆਂ ਦੇਸੀ ਘਿਓ ਪਾ ਕੇ ਔਰ ਬਹੁਤ ਹੀ ਸੁੰਦਰ ਸੁੰਦਰ ਭੋਜਨ, ਕੜਾਹ ਪ੍ਰਸ਼ਾਦ, ਇਸੇ ਤਰ੍ਹਾਂ ਦੇ ਬੜੇ ਬੜੇ ਮਿੱਠੇ ਮਿਸ਼ਟਾਨ ਮਿਲਦੇ ਆ। ਸਾਡਾ ਬੜਾ ਪ੍ਰੇਮ ਹੈ ਸਤਿਗੁਰੂ ਜੀ ਦੇ ਨਾਲ। ਉਹ ਤਾਂ ਸਾਰੇ ਹੀ ਭੱਜ ਗਏ ਉੱਥੋਂ ਕਿ ਅੱਜ ਖੈਰ ਨਹੀਂ ਲੱਗਦੀ। ਸਤਿਗੁਰੂ ਜਿਹੜੇ ਸਾਡੇ ਰੱਖਿਆ ਕਰਨ ਵਾਲੇ, ਅਸੀਂ ਸਮਝਦੇ ਹਾਂ ਕਿ ਸਾਡੇ ਲੋਕ ਪ੍ਰਲੋਕ 'ਚ ਰੱਖਿਆ, ਸਤਿਗੁਰੂ ਗਰੀਬ ਨਵਾਜ ਜੀ ਅੱਜ ਝਟਕਾਈ ਜਾ ਰਹੇ, ਕਿੱਥੇ ਬਚਾਂਗੇ। ਭੱਜ ਗਏ ਕੱਚੇ ਦਿਲਾਂ ਵਾਲੇ, ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਨਹੀਂ ਸੀ, ਖਾਣ ਪੀਣ ਨਾਲ ਹੀ ਪ੍ਰੇਮ ਸੀ ਜਿਨ੍ਹਾਂ ਦਾ। ਗੁਰੂ ਕੇ ਪਿਆਰਿਓ ਫਿਰ ਭਾਈ
ਧਰਮਦਾਸ ਜੀ ਉੱਠੇ ਹਨ। ਆ ਕੇ ਸਤਿਗੁਰੂ ਗਰੀਬ ਨਿਵਾਜ ਜੀ ਨੂੰ ਆਪਣਾ ਸੀਸ ਭੇਟਾ ਕੀਤਾ। ਗਰੀਬ ਨਿਵਾਜ ਜੀ ਨੇ ਉਹੀ ਵਚਨ ਪੁੱਛ ਕੇ ਭਾਈ ਧਰਮਦਾਸ ਜੀ ਦਾ ਵੀ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ। ਸੋ ਇਸੇ ਤਰ੍ਹਾਂ ਤੀਜੇ ਬਚਨ ਦੇ ਨਾਲ ਭਾਈ ਹਿੰਮਤ ਰਾਏ ਔਰ ਚੌਥੇ ਬਚਨ ਕਰਨ ਦੇ ਨਾਲ ਭਾਈ ਮੋਹਕਮ ਚੰਦ ਜੀ, ਪੰਜਵੇਂ ਬਚਨ ਦੇ ਨਾਲ ਭਾਈ ਸਾਹਿਬ ਚੰਦ ਜੀ ਜੋ ਬਿਦਰਪੁਰੀ ਦੇ ਹਨ। ਇਸੇ ਤਰ੍ਹਾਂ ਭਾਈ ਮੋਹਕਮ ਚੰਦ ਜੀ ਜੋ ਦਵਾਰਕਾਪੁਰੀ ਦੇ, ਔਰ ਭਾਈ ਹਿੰਮਤ ਰਾਏ ਜੀ ਜੋ ਉਜੈਨ ਦੇ, ਔਰ ਇਹਨਾਂ ਦੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਰਹਿੰਦੇ ਸਨ। ਮਾਤਾ ਪਿਤਾ ਭਾਈ ਹਿੰਮਤ ਰਾਏ ਜੀ ਦੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਹੀ ਪੰਜਾਂ ਸਿੱਖਾਂ ਦੇ ਸਿਰ ਧੜ ਦੇ ਨਾਲੋਂ ਅਲੱਗ ਕਰ ਦਿੱਤੇ। ਗਰੀਬ ਨਿਵਾਜ ਜੀ ਨੇ ਉਹ ਜੋ ਸਟੇਜ ਸੀ, ਥਾਂ ਸੀ, ਸਾਰੀ ਸਾਫ਼ ਕਰਾ ਕੇ ਜਲ ਦੇ ਨਾਲ ਧੋ ਕਰਕੇ ਫਿਰ ਇੱਕ ਸੁੰਦਰ ਸੋ ਭੂਰਾ ਵਿਛਾਇਆ, ਉਹਦੇ ਉੱਪਰ ਸੁਨਹਿਰਾ ਰੱਖਿਆ, ਕੁੰਡਾ ਕਹਿੰਦੇ ਜਿਹਨੂੰ ਆਮ ਪਿੰਡੂ ਬੋਲੀ 'ਚ, ਉੱਪਰ ਵੱਡਾ ਸਰੋਂ ਲੋਹ ਦਾ ਵਾਟਾ ਰੱਖ ਕਰਕੇ ਔਰ ਸਵੱਛ ਜਲ, ਨਿਰਮਲ ਜਲ ਸਤਲੁਜ ਦਰਿਆ ਦਾ ਪਾਇਆ, ਔਰ ਵੱਡਾ ਖੰਡਾ ਗਰੀਬ ਨਿਵਾਜ ਜੀ ਨੇ ਆਪਣੇ ਹੱਥ ਵਿੱਚ ਪਕੜਿਆ, ਸ੍ਰੀ ਸਾਹਿਬ ਰੱਖੀ ਆਪਣੇ ਮੋਢੇ ਨਾਲ ਲਾਈ ਖੱਬੇ ਹੱਥ ਵਿੱਚ। ਵੀਰ ਆਸਣ ਬੈਠ ਕਰਕੇ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਸਨਮੁਖ ਹੋ ਕਰਕੇ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਉੱਚੀ ਆਵਾਜ਼ ਦੇ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਇਸੇ ਤਰ੍ਹਾਂ ਜਾਪ ਸਾਹਿਬ ਬਾਣੀ ਦਾ ਪਾਠ, ਜਾਪ ਤੋਂ ਉਪਰੰਤ ਸਵਈਏ, ਜਿਹਨੂੰ ਸੁਧਾ ਸਵਈਏ ਵੀ ਕਹਿੰਦੇ, ਅੰਮ੍ਰਿਤ ਦੀ ਬਾਣੀ ਹੋਣ ਕਰਕੇ। ਸੋ ਇਹ ਸਵਈਏ ਬੈਰਾਗਮਈ ਬਾਣੀ ਸਤਿਗੁਰੂ ਜੀ ਨੇ ਪੜ੍ਹੀ। ਚੌਪਈ ਬਾਣੀ ਪੜ੍ਹੀ, ਕਬਿਓ ਬਾਚ ਬੇਨਤੀ ਚੌਪਈ। ਪੰਜਵੀਂ ਬਾਣੀ ਆਨੰਦ ਸਾਹਿਬ ਜੋ ਤੀਜੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਹੈ। ਇਸ ਪੰਜ ਬਾਣੀਆਂ ਦਾ ਜਾਪ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰੂ ਕੇ ਪਿਆਰਿਓ ਉਹ ਜੋ ਪੰਜ ਸਿੱਖ ਜਿਨ੍ਹਾਂ ਦੇ ਸਿਰ ਉਤਾਰੇ ਸਨ, ਉਹਨਾਂ ਨੂੰ ਪਹਿਲਾਂ ਆਪਣੀ ਆਤਮਿਕ ਸ਼ਕਤੀ ਦੇ ਨਾਲ ਸੁਰਜੀਤ ਕਰਕੇ ਇੱਕ ਦਾ ਸੀਸ ਦੂਜੇ ਧੜ ਨੂੰ ਲਾ ਕਰਕੇ ਪੰਜਾਂ ਨੂੰ ਮਿਲਾ ਕੇ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਨੇ ਸੋ ਆਪਣੇ ਵਰਗੇ ਸੁੰਦਰ ਵਸਤਰ ਪਹਿਨਾ ਕਰਕੇ ਨਵੇਂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਇਹ ਜੋ ਅੰਮ੍ਰਿਤ ਤਿਆਰ ਹੋਇਆ ਨਾ, ਅੰਮ੍ਰਿਤ ਪੰਜਾਂ ਸਿੰਘਾਂ ਨੂੰ ਛਕਾਇਆ, ਪੰਜਾਂ ਪਿਆਰਿਆਂ ਨੂੰ ਛਕਾਇਆ। ਪੰਜ ਚੁਲੇ ਇੱਕ ਇੱਕ ਸਿੰਘ ਦੇ ਮੁਖ ਵਿੱਚ ਪਹਿਲਾਂ ਪਾਏ। ਪੰਜ ਚੁਲੇ, ਹਰੇਕ ਚੁਲੇ ਦੇ ਨਾਲ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਚੁਲਿਆਂ ਦੇ ਨਾਲ ਪੰਜ ਵਾਰੀ ਫਤਿਹ ਬੁਲਾਈ। ਫਿਰ ਪੰਜ ਚੁਲੇ ਨੇਤਰਾਂ ਦੇ ਵਿੱਚ ਪਾਏ। ਇਸੇ ਤਰ੍ਹਾਂ ਫਿਰ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਚੁਲੇ ਕੇਸਾਂ ਦੇ ਵਿੱਚ ਪਾਏ। ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਤੇ ਸਿੰਘ ਸਜਾ ਦਿੱਤਾ। ਰਹਿਤ ਰੱਖਣ ਵਾਸਤੇ ਬਚਨ ਕੀਤੇ। ਪੰਜ ਗੁਰਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਨੇ ਕਰਨਾ, ਗੁਰੂ ਕੇ ਸਿੰਘ ਨੇ ਕਰਨਾ।
ਜਿਨ੍ਹਾਂ ਵਿੱਚ ਜਪਜੀ ਸਾਹਿਬ ਇਹ ਜੋ 5 ਬਾਣੀਆਂ ਅੰਮ੍ਰਿਤ ਛਕਾਉਣ ਲੱਗਿਆ, ਅੰਮ੍ਰਿਤ ਤਿਆਰ ਕਰਨ ਲੱਗਿਆਂ ਪੜ੍ਹੀਆਂ। ਜਪਜੀ ਬਾਣੀ, ਜਪ ਬਾਣੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ ਜੋ ਬ੍ਰਹਮ ਗਿਆਨ ਦੀ ਦਾਤੀ ਹੈ। ਜਾਪ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰੀ ਹੋਈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ। ਸੋ ਇਹ ਰਾਗ ਦੀ ਪ੍ਰਾਪਤੀ ਕਰਾਉਣ ਵਾਲੇ ਤੇ ਪਖੰਡ ਦਾ ਖੰਡਨ ਕਰਨ ਵਾਲੇ। ਚੌਪਈ ਬਾਣੀ ਗੁਰੂ ਕੇ ਪਿਆਰਿਓ ਸਰਬ ਕਾਲ ਸਰਬ ਠੌਰ ਰੱਖਿਆ ਕਰਨ ਵਾਲੀ ਬਾਣੀ ਹੈ। ਇਸੇ ਤਰ੍ਹਾਂ ਆਨੰਦ ਸਾਹਿਬ ਜੀ ਦੀ ਬਾਣੀ, ਆਨੰਦ ਬਾਣੀ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰੀ ਹੋਈ ਬਾਣੀ, ਆਨੰਦ ਦਾ ਦਾਤ, ਆਨੰਦ ਦੀ ਦਾਤ ਬਖਸ਼ਣ ਵਾਲੀ ਹੈ। ਭਾਵੇਂ ਗੁਰੂ ਕੇ ਸਿੱਖਾਂ ਦੇ ਘਰ 'ਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਖੁਸ਼ੀਆਂ ਬਖਸ਼ੀਆਂ, ਪੁੱਤਰ ਦਾ ਜਨਮ ਹੈ, ਤਾਂ ਵੀ ਸਖੀ ਬਾਣੀ ਸਖੀ ਆਨੰਦ ਗਾਵੇ। ਇਹ ਬਾਣੀ ਆਨੰਦਮਈ ਗਾਉਂਦੀਆਂ ਗੁਰੂ ਕੀਆਂ ਸਿੱਖਣੀਆਂ, ਗੁਰੂ ਕੇ ਸਿੱਖ ਬਾਣੀ ਆਨੰਦ ਬਾਣੀ ਪੜ੍ਹਦੇ ਆ। ਜੇ ਪਰਮੇਸ਼ਰ ਦਾ ਭਾਣਾ ਵਰਤਿਆ, ਕੋਈ ਜੀਵ ਚੜ੍ਹਾਈ ਕੀਤਾ, ਤਾਂ ਵੀ ਇਹ ਬਾਣੀ ਆਨੰਦ ਸਾਹਿਬ। ਸੋ ਇਹੋ ਜੀ ਇਹ ਪਾਵਨ ਬਾਣੀ ਸਾਰੇ ਥਾਵਾਂ 'ਤੇ ਆਨੰਦ ਬਖਸ਼ਣ ਵਾਲੀ, ਸੋਗ ਨੂੰ, ਰੋਗ ਨੂੰ, ਮੋਹ ਨੂੰ ਦੂਰ ਕਰਨ ਵਾਲੀ। ਗੁਰ ਇਤਿਹਾਸ ਵਿੱਚ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਇਤਿਹਾਸ 'ਚ ਬਚਨ ਆਉਂਦੇ ਆ। ਸੋ ਭਾਈ ਆਨੰਦ ਸਿੰਘ ਇਹ ਬਾਣੀ ਪੜ੍ਹ ਕੇ ਵਿਰਾਗ ਆ ਗਿਆ। ਮਾਤਾ ਪਿਤਾ ਨੇ ਆ ਕੇ ਕਲਗੀਧਰ ਜੀ ਨੂੰ ਦੱਸਿਆ, ਮਹਾਰਾਜ ਇਹ ਹੁਣ ਵੇਖੋ ਇਹਦਾ ਵਿਆਹ ਕੀਤਾ, ਆਨੰਦ ਕਾਰਜ ਕੀਤਾ, ਪਰ ਇਹ ਮੋਹ ਤੋਂ ਪ੍ਰਾਮ ਹੋਇਆ ਬੈਠਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਨੇ ਪੁੱਛਿਆ, ਭਾਈ ਆਨੰਦ ਸਿੰਘ ਦੱਸੋ ਤੇਰੇ ਮਾਤਾ ਪਿਤਾ ਇਸ ਤਰ੍ਹਾਂ ਕਹਿ ਰਹੇ ਆ? ਕਹਿਣ ਲੱਗਾ, ਮਹਾਰਾਜ ਆਪ ਜੀ ਦੀ ਪਾਵਨ ਬਾਣੀ ਪੜ੍ਹ ਕੇ ਮੈਨੂੰ ਇਹ ਵੈਰਾਗ ਆ ਗਿਆ ਕਿ ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਮਹਾਰਾਜ ਮੇਰੇ ਮਨ 'ਚ ਵਿਰਾਗ ਆ ਗਿਆ ਕਿ ਜਿਹੜੇ ਨਾਲ ਨਹੀਂ ਜਾਣੇ ਇਹਨਾਂ ਨਾਲ ਫਿਰ ਕਿਉਂ ਚਿੱਤ ਲਾਉਣਾ। ਸੋ ਲਾਮੀ ਸਾਖੀ ਹੈ ਗੁਰੂ ਕੇ ਪਿਆਰਿਓ, ਧੰਨ ਗੁਰੂ ਕਲਗੀਧਰ ਗਰੀਬ ਨਿਵਾਜ ਜੀ ਨੇ ਸਮਝਾਇਆ ਔਰ ਬਚਨ ਕੀਤੇ ਕਿ ਅਸੀਂ ਤੇਰਾ ਗੁਰੂ ਕੇ ਪਿਆਰਿਆ ਸਾਥ ਦਿਆਂਗੇ, ਤੈਨੂੰ ਆਲਸ ਤੋਂ ਰਹਿਤ ਕਰਕੇ ਤੇਰੇ ਦੋਵੇਂ ਥਾਂ ਰੱਖਾਂਗੇ, ਤੂੰ ਗੁਰੂ ਕੀ ਸ਼ਰਨ ਰਹਿ ਔਰ ਪਰਿਵਾਰ ਗ੍ਰਸਤੀ ਜਿਹੜਾ ਹੈ ਨਾ ਆਪਣਾ ਧਰਮ ਉਹ ਵੀ ਨਿਭਾ। ਸੋ ਇਸੇ ਤਰ੍ਹਾਂ ਇਹ 5 ਬਾਣੀਆਂ ਸਵੇਰੇ ਸੋਦਰ ਰਹਿਰਾਸ ਸਾਹਿਬ ਨੂੰ ਸੌਣ ਲੱਗਿਆਂ, ਸੌਣ ਵੇਲੇ ਸੋਹਿਲਾ ਬਾਣੀ ਦਾ ਜਾਪ ਕਰਨਾ। ਹੋਰ ਗੁਰੂ ਕੇ ਸਿੱਖ ਨੇ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਦਾ ਵੱਧ ਤੋਂ ਵੱਧ ਜਾਪ ਕਰਨਾ। ਮੂਲ ਮੰਤਰ ਤੋਂ ਇਸੇ ਤਰ੍ਹਾਂ ਗੁਰਮੰਤਰ, ਗੁਰਮੰਤਰ ਦਾ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਏ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਰਸਤੇ 'ਚ ਜਾ ਰਹੇ ਉਦੋਂ ਵੀ ਗੱਲਾਂ ਕਰਨ ਦੀ ਲੋੜ ਨਹੀਂ, ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪੀ ਚੱਲੋ। ਚਾਰ ਬੱਜਰ ਕ੍ਰੈਤਾਂ ਤੋਂ ਬਚਣਾ। ਹੁੱਕਾ ਹਜਾਮਤ ਹਲਾਲੋ ਹਰਾਮ। ਗੁਰੂ ਕੇ ਸਿੱਖ ਨੇ ਤੰਬਾਕੂ ਦੀ ਵਰਤੋਂ ਕਿਸੇ ਤਰ੍ਹਾਂ ਨਹੀਂ ਕਰਨੀ। ਭਾਵੇਂ ਉਹ ਪ੍ਰਤੱਖ ਤੰਬਾਕੂ ਹੈ ਜਿਹਨੂੰ ਜਰਦਾ ਕਹਿ ਕੇ ਕੋਈ ਹੱਥਾਂ 'ਤੇ ਮਲ ਕੇ ਖਾਈ ਜਾਂਦੇ ਆ, ਤਲੀ 'ਤੇ ਅੰਗੂਠਾ ਘਸਾ ਕੇ, ਭਾਵੇਂ ਕੋਈ ਹੋਰ ਕਈ ਤਰ੍ਹਾਂ ਦੇ ਨਾਲ ਉਹਦੀ ਵਰਤੋਂ ਹੈ, ਕੋਈ ਖੈਣੀ ਮੈਣੀ ਕਈ ਤਰ੍ਹਾਂ ਦੇ ਨਾਲ। ਜਾਂ ਗੁਰੂ ਕੇ ਪਿਆਰਿਓ ਤੰਬਾਕੂ ਵਰਤਣ ਵਾਲੇ ਜਿਹੜੇ ਆ ਨਾ ਉਹਨਾਂ ਦੇ ਹੱਥੋਂ ਰੇਹੜੀਆਂ ਵਾਲੇ ਜੋ ਹੈ ਬਾਜ਼ਾਰ ਤੋਂ ਲੈ ਕੇ ਖਾਣਾ, ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ ਸੁਣ ਗੁਰ ਸਿੱਖ ਕੀ ਰਹਿਤ ਕੋ
ਤਜੇ ਤਮਾਕੂ ਸੰਗ, ਮਰਣੀ ਮਰੈ ਤੋ ਅਤ ਭਲਾ, ਜਗਤ ਜੂਠ ਨਹਿ ਅੰਗ। ਗੁਰਸਿੱਖ ਦੀ ਰਹਿਤ ਨੂੰ ਇਹ ਸਿੱਖਾ ਸੁਣ। ਸਾਡੇ ਸਿੱਖ ਦੀ ਰਹਿਤ ਇਹੋ ਜਿਹੀ ਹੈ, ਸੋ ਤੰਬਾਕੂ ਦਾ ਸਾਥ ਛੱਡ ਦੇ, ਤੰਬਾਕੂ ਵਰਤਣ ਵਾਲੇ ਦਾ ਸਾਥ ਛੱਡ ਦੇ। ਮਰਨੀ ਮਰੈ ਤੋ ਅਤ ਭਲਾ, ਜੇ ਕਿਤੇ ਇਹੋ ਜਿਹਾ ਮੌਕਾ ਬਣ ਜੇ ਕਿ ਕਿਤੇ ਸਿੱਖ ਨੂੰ ਤੰਬਾਕੂ ਮਿਲਿਆ, ਭੋਜਨ ਛਕਣਾ ਪਵੇ, ਮਰਨੀ ਭਾਵੇਂ ਮਰ ਜੇ ਪਰ ਉਹ ਭੋਜਨ ਨਾ ਛਕੇ। ਕਿਉਂ? ਤਨਕ ਤੰਬਾਕੂ ਸੇਵੀਐ, ਦੇਵ ਪਿਤਰ ਤਜ ਜਾਏ, ਪਾਣੀ ਤਾ ਕੇ ਹਾਥ ਕਾ, ਮਦਰਾ ਸਮ ਅਘ ਦਾਏ। ਰਹਿਤਨਾਮਿਆਂ ਵਿੱਚ ਸਤਿਗੁਰੂ ਜੀ ਦਾ ਵਚਨ ਹੈ ਕਿ ਥੋੜ੍ਹਾ ਮਾਤਰ ਤੰਬਾਕੂ ਦਾ ਸੇਵਨ ਕਰਨ ਦੇ ਨਾਲ ਜੋ ਆਪਣੇ ਵੱਡੇ ਵਡੇਰੇ ਜੋ ਚੜ੍ਹਾਈ ਕੀਤੇ ਆ ਪਿਤਰ ਲੋਕ ਵਿੱਚ ਬੈਠੇ, ਉਹ ਵੀ ਉੱਥੋਂ ਡਿੱਗ ਜਾਂਦੇ ਹਨ। ਇੰਨਾ ਮਾੜਾ ਹੈ ਤੰਬਾਕੂ। ਤੰਬਾਕੂ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਤਾ ਜੋ ਹੈ ਨਾ, ਉਹ ਸ਼ਰਾਬ ਜਿੰਨਾ ਉਹਨੂੰ ਉਹਦਾ ਪਾਪ ਲੱਗਦਾ, ਸ਼ਰਾਬ ਪੀਣ ਜਿੰਨਾ। ਇਸ ਕਰਕੇ ਗੁਰੂ ਕੇ ਸਿੱਖ ਨੇ ਕਦੀ ਵੀ ਇਹਦੀ ਵਰਤੋਂ ਨਹੀਂ ਕਰਨੀ। ਦੂਜੀ ਰਹਿਤ ਹੈ ਕੇਸਾਂ ਦੀ ਬੇਅਦਬੀ ਕਰਨੀ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਜਿੰਨੇ ਵੀ ਰੋਮ ਹੈ, ਗੁਰੂ ਕੇ ਸਿੱਖ ਨੇ ਨਾ ਕਤਲ ਕਰਨੇ ਆ, ਨਾ ਦਵਾਈ ਲਾ ਕੇ ਗਾਲਣੇ ਆ, ਨਾ ਘਸਾਉਣੇ ਆ, ਨਾ ਚੁਣਨੇ ਆ। ਸੋ ਜੇ ਇਹ ਇਸ ਤਰ੍ਹਾਂ ਕਰਦਾ ਹੈ ਤੇ ਉਹ ਪਤਿਤ ਹੋ ਜਾਂਦਾ, ਪਤਿਤ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ, ਉਹਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਦੁਬਾਰਾ ਸੋ ਤਨਖਾਹ ਲਵਾ ਕੇ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ। ਇਸੇ ਤਰ੍ਹਾਂ ਹਲਾਲ ਮੁਸਲਮਾਨੀ ਤਰੀਕੇ ਦੇ ਨਾਲ ਕਲਮਾ ਪੜ੍ਹ ਕੇ ਤਿਆਰ ਕੀਤਾ ਮਾਸ ਬਿਲਕੁਲ ਨਹੀਂ ਗੁਰੂ ਕੇ ਸਿੱਖ ਨੇ ਛਕਣਾ। ਸੋ ਬਾਣੀ ਦੇ ਵਿੱਚ ਕੋਈ ਵੀ ਮਾਸ ਖਾਣ ਦੀ ਗੁਰੂ ਕੇ ਸਿੱਖ ਨੂੰ ਆਗਿਆ ਨਹੀਂ ਹੈ। ਇਸ ਕਰਕੇ ਗੁਰੂ ਸੱਚੇ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ। ਗੁਰੂ ਕੀ ਆਗਿਆ ਮੰਨਣੀ। ਗੁਰੂ ਕੇ ਸਿੱਖ ਨੇ ਕਦੀ ਵੀ ਮਾਸ ਕਿਸੇ ਪ੍ਰਕਾਰ ਜ਼ੁਬਾਨ ਦੇ ਸਵਾਦ ਵਾਸਤੇ ਨਹੀਂ ਖਾਣਾ। ਜਿਹੜਾ ਇਸ ਤਰ੍ਹਾਂ ਕਰਦਾ ਉਹ ਗੁਰੂ ਕੇ ਪਿਆਰਿਓ ਪਤਿਤ ਹੋ ਜਾਂਦਾ, ਸਿੱਖੀ ਤੋਂ ਖਾਰਜ ਹੋ ਜਾਂਦਾ। ਚੌਥੀ ਬਜਰ ਕਰਾਇਤ ਹੈ ਹਰਾਮ। ਸਿੰਘ ਨੇ ਪਰ ਇਸਤਰੀ ਗਮਨ ਕਰਨਾ, ਇਸਤਰੀ ਨੇ ਪਰ ਪੁਰਸ਼ ਨਾਲ ਗਮਨ ਕਰਨਾ, ਇਹ ਦੋਨਾਂ ਇਹ ਹੈ ਬਜਰ ਕਰਾਇਤ। ਇਸ ਕਰਕੇ ਜਿਹੜਾ ਵੀ ਇਹ ਗੁਰੂ ਕੀ ਮਰਜ਼ਾਦਾ ਦੇ ਵਿੱਚ ਵਿਸ਼ੇ ਅਧੀਨ ਹੋ ਕਰਕੇ ਫਰਕ ਪਾਉਂਦਾ, ਉਹ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ। ਮਹਾਰਾਜ ਜੀ ਦਾ ਹੁਕਮ ਹੈ, ਪਰ ਤੇਰੇ ਰਾਵਣ ਜਾਹੇ ਸਈ ਤਾ ਲਾਜੀਐ ਹੈ। ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਭਾਵਨ ਹੈ। ਚਿਤ ਹਰਣੰ ਤਰੈ ਲੋਕ ਗਮਯੰ ਜਪ ਤਪ ਸੀਲ ਵਿਦਾਰਣ ਹੈ। ਤਬ ਭੈ ਵਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਇਹ ਕਾਮ ਤੂੰ ਬੜਾ ਬਲਵਾਨ ਹੈ, ਤੂੰ ਤਿੰਨਾਂ ਲੋਕਾਂ ਦੇ ਵਿੱਚ ਤੇਰੀ ਗਮਤਾ ਹੈ। ਇੱਥੋਂ ਤੱਕ ਕਿ ਪਸ਼ੂ ਪੰਛੀ ਦੇਵਤੇ ਦੈਂਤ ਕਿਸੇ ਨੂੰ ਤੂੰ ਨਹੀਂ ਛੱਡਿਆ, ਪਰ ਸਤਸੰਗਤ ਵਿੱਚ ਮਿਲੇ ਗੁਰੂ ਕੇ ਸਿੱਖ ਤੇਰੇ ਡਰ ਤੋਂ ਰਹਿਤ ਹੋ ਜਾਂਦੇ ਆ, ਉਹਨਾਂ ਤੇ ਤੇਰਾ ਕੋਈ ਪ੍ਰਭਾਵ ਨਹੀਂ। ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ, ਗੁਰੂ ਕੇ ਸਿੱਖੋ ਜਿਹੜਾ ਪਰਾਏ ਘਰ ਵਿੱਚ ਜਾਂਦਾ ਹੈ ਉਹਨੂੰ ਫਿਰ ਧਰਮ ਰਾਜਾ ਸੋ ਤੱਤੇ ਤੇਲ ਦੇ ਕੜਾਹਿਆਂ ਵਿੱਚ ਤਲਦਾ ਹੈ। ਪਰਲੋਕ ਵਿੱਚ ਇਹੋ ਜਿਹੀਆਂ ਨੂੰ ਸਜ਼ਾਵਾਂ ਮਿਲਦੀਆਂ। ਲੋਹੇ ਦੀ ਇਸਤਰੀ ਬਣਾ ਕੇ ਪੂਰੀ ਅੱਗ ਵਾਂਗ ਗਰਮ ਲਾਲ ਅੱਗ ਵਾਂਗ ਤਪਾ ਕਰਕੇ ਤੇ ਉਹਦੇ ਨਾਲ ਸੋ ਉਹਨੂੰ ਜੱਫੀ ਪਵਾਈ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਗੁਰੂ ਕੇ ਪਿਆਰੇ ਉਹਨੂੰ ਸਜ਼ਾਵਾਂ ਮਿਲਦੀਆਂ, ਤਾੜਨਾ ਮਿਲਦੀਆਂ ਪਰਲੋਕ ਵਿੱਚ, ਜਿਹੜਾ ਇਸ ਰਹਿਤ ਮਰਜ਼ਾਦਾ ਦੇ ਵਿੱਚ ਫਰਕ ਪਾਉਂਦਾ ਵਿਸ਼ੇ ਅਧੀਨ ਹੋ ਕਰਕੇ। ਇਸ ਕਰਕੇ ਗੁਰੂ ਕੇ ਸਿੱਖ ਨੇ ਕਦੀ ਵੀ ਇਹ ਬੱਜਰ ਕਿਰਤਾਂ ਨਹੀਂ ਕਰਨੀਆਂ, ਸਦਾ ਤਿਆਰ ਬਰ ਤਿਆਰ ਰਹਿਣਾ। ਜੇ ਕਿਤੇ ਭੁੱਲ ਭੁਲੇਖੇ ਕੋਈ ਜਾਣੇ ਅਣਜਾਣੇ 'ਚ ਹੋ ਵੀ ਜਾਵੇ ਤਾਂ ਉਸੇ ਵੇਲੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਭੁੱਲ ਦੀ ਮੁਆਫੀ ਮੰਗ ਕੇ ਅੱਗੇ ਤੋਂ ਤਿਆਰ ਬਰ ਤਿਆਰ ਗੁਰੂ ਕੇ ਸਿੰਘ ਨੇ ਰਹਿਣਾ।
ਇਹ ਖਿਆਲ ਕਰਨਾ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਿਹੜਾ ਭੁੱਲਿਆ ਹੋਇਆ ਭਟਕਿਆ ਹੋਇਆ ਸਿੱਖ ਆ ਕੇ ਸ਼ਰਨ ਪੈ ਜਾਏ ਮਹਾਰਾਜ ਬਖਸ਼ ਲੈਂਦੇ ਆ, ਉਹਨੂੰ ਮਾਫੀ ਮਿਲ ਜਾਂਦੀ ਆ ਯੋਗ ਤਨਖਾਹ ਲਾ ਕਰਕੇ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਜਿਵੇਂ ਬਸਤਰ ਹੁੰਦਾ, ਬਸਤਰ ਕੱਪੜਾ, ਉਹ ਜੇ ਫਟ ਜਾਏ ਤੇ ਉਹਨੂੰ ਟੰਕਾ ਲਾ ਕੇ ਤੇ ਦੁਬਾਰਾ ਪਾਉਣ ਦੇ ਯੋਗ ਤੇ ਹੋ ਜਾਂਦਾ ਹੈ। ਪਰ ਉਹ ਜਿਹੜਾ ਲੱਗਾ ਤੋਪਾ ਹੈ ਉਹ ਵੱਖਰਾ ਹੀ ਦਿਸਦਾ, ਉਹ ਸੀਣ ਲੱਗੀ ਵੱਖਰੀ ਦਿਸਦੀ ਆ, ਇਸ ਕਰਕੇ ਉਹ ਨਵਾਂ ਬਸਤਰ ਨਹੀਂ ਰਹਿੰਦਾ। ਇਸੇ ਤਰ੍ਹਾਂ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤੇ ਆ। ਕਹਿਣ ਲੱਗੇ ਜਿਵੇਂ ਬਰਤਨ ਹੈ ਉਹਦੇ ਵਿੱਚ ਛੇਕ ਹੋ ਜਾਏ, ਠਠਿਆਰਾ ਉਹਨੂੰ ਰਬੜ ਲਾ ਦਿੰਦਾ ਹੈ, ਉਹ ਛੇਕ ਮੁੱਕ ਜਾਂਦਾ ਹੈ, ਉਹਦੇ ਵਿੱਚ ਵਸਤੂ ਪਾਈ ਜਾ ਸਕਦੀ ਹੈ, ਦੁੱਧ ਆਦਿਕ ਜਲ ਆਦਿਕ, ਨਹੀਂ ਡੁੱਲਦਾ। ਪਰ ਇਹ ਖਿਆਲ ਰੱਖਣਾ ਉਹਦੇ 'ਚ ਉਹ ਲੱਗੀ ਹੋਈ ਰਬੜ ਵੱਖਰਾ ਹੀ ਉਹ ਦਿਸਦਾ ਕਿ ਪੁਰਾਣਾ ਵਸਤਰ ਆ, ਬਰਤਨ ਹੈ, ਇਹ 'ਚ ਇਹਨੂੰ ਟੰਕਾ ਲੱਗਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਤੋਂ ਬੇਮੁਖ ਹੋਇਆ, ਬਾਹਰੋਂ ਦੁੱਖ ਵੇਖ ਕਰਕੇ ਜਮਾਂ ਦੀ ਮਾਰ ਨੂੰ ਤੋਂ ਡਰਦਾ ਹੋਇਆ ਦੁਬਾਰਾ ਸਤਿਗੁਰੂ ਜੀ ਦੀ ਸ਼ਰਨ ਆਵੇ, ਮਹਾਰਾਜ ਜੀ ਸ਼ਰਨ ਆਇਆ ਨੂੰ ਬਖਸ਼ਣ ਹਾਰੇ ਆ, ਆਪਣੇ ਕੰਠ ਲਾਉਣ ਵਾਲੇ ਆ। ਪਰ ਇਹ ਖਿਆਲ ਰੱਖਣਾ ਉਹਨਾਂ ਦੇ, ਵੇਖੋ ਇਹ ਜਿਹੜੇ ਦਾਗ, ਹੁਣ ਅਜਾਮਲ ਪਾਪੀ, ਗਣਕਾ ਪਾਪਣ, ਉਹਨਾਂ ਸਾਰਿਆਂ ਦਾ ਉਧਾਰ ਤੇ ਹੋ ਗਿਆ, ਪਰ ਨਾਮ ਤੇ ਅਜੇ ਵੀ ਉਹੀ ਲੱਗੇ ਆ ਨਾ ਨਾਲ। ਇਸ ਕਰਕੇ ਖਿਆਲ ਰੱਖਣਾ। ਕਹਿਣ ਤੋਂ ਭਾਵ ਇਹ ਆ ਕਿ ਜਾਣ ਬੁੱਝ ਕੇ ਢਿਲਾਈ ਨਹੀਂ ਕਰਨੀ, ਸਦਾ ਤਿਆਰ ਬਰ ਤਿਆਰ ਰਹਿਣਾ। ਗੁਰੂ ਕੇ ਸਿੰਘ ਨੇ ਆਪ ਤਿਆਰ ਬਰ ਤਿਆਰ ਰਹਿਣਾ ਤੇ ਹੋਰਨਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਵਾਸਤੇ ਕਹਿਣਾ। ਧੰਨ ਗੁਰੂ ਗਰੀਬ ਨਿਵਾਸ ਜੀ ਦੇ ਵਚਨ ਕਿ ਗੁਰੂ ਕੇ ਪਿਆਰਿਓ, ਜਿਹੜਾ ਵੀ ਸਿੰਘ ਆਪ ਇਹ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ, 2.5 ਘੰਟੇ ਸਿਮਰਨ 'ਚ ਲਾਉਂਦਾ, ਸਾਰੀ ਦਿਹਾੜੀ 'ਚ ਘੱਟੋ ਘੱਟ, ਤੇ ਬੱਜਰ ਕਰੈਤਾਂ ਤੋਂ ਬਚ ਕੇ ਰਹਿੰਦਾ ਹੈ। ਹੋਰ ਸਤਿਗੁਰੂ ਜੀ ਨੇ ਜੋ ਰਹਿਤਾਂ ਦੜਾਈਆਂ, ਸੋ ਕੁੜੀ ਮਾਰ, ਨੜੀ ਮਾਰ, ਸਿਰ ਗੁੰਮ, ਮੋਨੇ, ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਮੀਣੇ ਮਸੰਦੀਏ ਰਾਮ ਰਾਈਏ, ਮੀਣੇ ਮਸੰਦ ਰਾਮ ਰਾਈਏ, ਧੀਰ ਮਲੀਏ, ਇਹਨਾਂ ਪੰਜਾਂ ਦੇ ਨਾਲ ਮੀਣੇ ਮਸੰਦ ਤੇ ਰਾਮ ਰਾਈਏ, ਗੰਗੂ ਸ਼ਾਹੀਏ, ਗੰਗੂ ਦੇ ਇਸੇ ਤਰ੍ਹਾਂ ਧੀਰ ਮਲੀਏ, ਜਿਹੜੇ ਇਹਨਾਂ ਦੇ ਨਾਲ ਗੁਰੂ ਕੇ ਸਿੱਖ ਨੇ ਇਹਨਾਂ ਦਾ ਵਿਸਾਹ ਨਹੀਂ ਖਾਣਾ। ਗੁਰੂ ਪਿਆਰਿਓ, ਜਿਹੜਾ ਗੁਰੂ ਕਾ ਸਿੱਖ ਇਸ ਤਰ੍ਹਾਂ ਸਤਿਗੁਰੂ ਜੀ ਦੀ ਦੱਸੀ ਹੋਈ ਰਹਿਤ ਮਰਜ਼ਾਦਾ ਨੂੰ ਨਿਭਾਉਂਦਾ ਹੈ। ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪਣੇ ਸਿੱਖ ਦੀ ਬੜੀ ਭਾਰੀ ਉਪਮਾ ਕੀਤੀ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਗੁਰੂ ਕੇ ਸਿੱਖੋ, ਸਾਨੂੰ ਰਹਿਤ ਪਿਆਰੀ ਹੈ। ਉਸ ਵੇਲੇ ਰਹਿਤਾਂ ਦੜਾਈਆਂ, ਹੁਣ ਹਮਰੀ ਰਹਿਤ ਜੋ ਰਾਖੈ, ਅੰਮ੍ਰਿਤ ਰਸ ਨਿਤ ਉੱਠ ਚਾਖੈ। ਮਹਾਰਾਜ ਜੀ ਨੇ ਇਹ ਬਚਨ ਕੀਤੇ, ਜਿਹੜਾ ਸਾਡੀ ਰਹਿਤ ਰੱਖਦਾ, ਅੰਮ੍ਰਿਤ ਦਾ ਰਸ ਬਾਣੀ ਅੰਮ੍ਰਿਤ ਵੇਲੇ ਉੱਠ ਕਰਕੇ ਹਰ ਰੋਜ਼ ਜੋ ਚੱਖਦਾ ਹੈ, ਹਉ ਤਿਨ ਕੈ ਸਦ ਰਹੋ ਸਹਾਇਕ, ਦੁਖ ਬਿਗਨ ਤਿਨ ਸਗਲੇ ਤਿਨ ਘਾਇਕ। ਮਹਾਰਾਜ ਕਲਗੀਧਰ ਜੀ ਨੇ ਬਚਨ ਕੀਤੇ, ਮੈਂ ਉਹਨਾਂ ਦਾ ਸਦਾ ਹੀ ਸਹਾਇਕ ਰਹਾਂਗਾ ਔਰ ਦੁੱਖ ਵਿਘਨ ਉਹਨਾਂ ਦੇ ਸਾਰੇ ਦੂਰ ਕਰ ਦਿਆਂਗਾ। ਸਿੱਖੋ ਸੁਣੋ, ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੀ। ਰਹਿਤ ਪਿਆਰੀ ਆਹੇ ਮਮ, ਸਿੱਖ ਪਿਆਰਾ ਨਾਹੀ। ਸਿੱਖਾ ਸੁਣ ਭਾਈ, ਸਾਨੂੰ ਰਹਿਤ ਪਿਆਰੀ ਹੈ, ਸਿੱਖ ਨਹੀਂ, ਸਿੱਖ ਦਾ ਚੰਮ ਨਹੀਂ। ਜਾਂ ਬਹੁਤ ਹੀ ਵਧੀਆ ਸੁੰਦਰ ਗੋਲ ਦਸਤਾਰ ਬੱਧੀ ਹੋਵੇ, ਜਾਂ ਬੜੇ ਸੱਜ ਕੇ ਆਇਆ ਹੋਵੇ, ਮਹਿੰਗੇ ਕੱਪੜੇ ਪਾ ਕੇ, ਉਹ ਨਹੀਂ ਸਾਨੂੰ ਪਿਆਰਾ। ਸਾਨੂੰ ਤਾਂ ਰਹਿਤ ਪਿਆਰੀ ਆ। ਮਹਾਰਾਜ ਜੀ ਨੇ ਵਚਨ ਕੀਤੇ, ਰਹਿਤ ਬਿਨਾ ਨਹਿ ਸਿੱਖ ਦਰ ਚੋਟਾਂ ਖਾਵੇ। ਜਿਹੜਾ ਰਹਿਤ ਨਹੀਂ ਰੱਖਦਾ, ਸਿੱਖ ਕਹਾਉਂਦਾ, ਉਹ ਸਿੱਖ ਨਾ ਕਹਾਵੇ, ਉਹ ਤਾਂ ਭੇਖੀ ਹੈ। ਉਹ
ਸੋ ਦਰਗਾਹ ਦੇ ਵਿੱਚ ਉਹਨੂੰ ਜਾਮਾਂ ਦੀ ਮਾਰ ਪਵੇਗੀ, ਚੋਟਾਂ ਪੈਣਗੀਆਂ। ਇਸ ਕਰਕੇ ਰਹਿਤ ਰੱਖਣੀ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵਡਿਆਈ ਬਖਸ਼ਦੇ ਆ। ਮਹਾਰਾਜ ਜੀ ਨੇ ਵਚਨ ਕੀਤੇ ਕਿ ਰਹਿਤ ਰੱਖਣ ਵਾਲਾ ਸਿੱਖ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜਿਹੜਾ ਸਿੱਖ ਰਹਿਤ ਰੱਖਦਾ ਹੈ ਉਹ ਸਾਡਾ ਸਿੱਖ ਹੈ, ਉਹ ਸਾਡਾ ਸਿੱਖ ਹੀ ਨਹੀਂ, ਉਹ ਤੇ ਸਾਡਾ ਮਾਲਕ ਹੈ। ਅਸੀਂ ਉਹਦੇ ਚੇਲੇ ਹਾਂ, ਗੁਰੂ ਕੇ ਪਿਆਰੇ ਉਹਦੇ ਚੇਲੇ ਹਾਂ। ਇਹੋ ਜਿਹਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਮਾਣ ਬਖਸ਼ਿਆ ਨਿਮਾਣਿਆਂ ਨੂੰ, ਜਿਨ੍ਹਾਂ ਨੂੰ ਕੋਈ ਨੇੜੇ ਨਹੀਂ ਸੀ ਲਾਉਂਦਾ। ਮਹਾਰਾਜ ਜੀ ਨੇ ਵੇਖੋ ਸਾਰੀਆਂ ਜਾਤਾਂ ਦੇ ਇੱਕੋ ਥਾਂ ਇਕੱਠੇ ਕਰਕੇ ਸੋ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤ ਛਕਾ ਕਰਕੇ ਖੰਡੇ ਬਾਟੇ ਦਾ ਭੇਦ, ਜਾਤ ਪਾਤ ਦਾ ਭੇਦ ਦੂਰ ਕਰਕੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਣੇ ਸਿੱਖ ਬਣਾਇਆ, ਖਾਲਸੇ ਬਣਾ ਦਿੱਤਾ। ਖਾਲਸੇ ਔਰ ਬਚਨ ਕੀਤਾ ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਮਹਾਰਾਜ ਕਹਿੰਦੇ ਇਹ ਸਾਡਾ ਖਾਲਸਾ ਹੀ ਜਜਨ, ਸੋ ਖਾਲਸਾ ਹੀ ਸਾਡਾ ਪੂਜਣ ਯੋਗ ਹੈ। ਇਹਦਾ ਪੂਜਨ ਕਰੋ, ਇਹਦਾ ਭਜਨ ਕਰੋ, ਇਹਦੀ ਸਤਿਕਾਰ ਕਰੋ। ਖਾਲਸੇ ਨੂੰ ਦਿੱਤਾ ਸਾਨੂੰ ਪਹੁੰਚਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਆ। ਜਿਸ ਸਮੇਂ ਬਚਨ ਕੀਤੇ ਗੁਰੂ ਕੇ ਸਿੱਖਾ, ਗੁਰੂ ਕੀ ਸੰਗਤ ਸਾਡੇ ਖਾਲਸੇ ਦੀ ਸੇਵਾ ਕਰਨੀ, ਖਾਲਸੇ ਦੀ ਸੇਵਾ ਸਾਨੂੰ ਪ੍ਰਵਾਨ ਹੈ। ਸੋ ਪੁੱਛਿਆ ਮਹਾਰਾਜ, ਬਾਹਮਣ ਕਹਿਣ ਲੱਗੇ, ਕੇਸੋ ਦਾਸ ਕਹਿਣ ਲੱਗਾ ਮਹਾਰਾਜ ਸਾਰਾ ਕੁਝ ਖਾਲਸੇ ਨੂੰ ਦੇ ਦਿੱਤਾ, ਸਤਿਗੁਰੂ ਗਰੀਬ ਨਿਵਾਜ ਬਾਹਮਣਾਂ ਨੂੰ ਕੌਣ ਪੂਜੇਗਾ, ਸਾਡੀ ਵੀ ਥੋੜ੍ਹੀ ਬਹੁਤੀ ਰੱਖ ਲੈਣੀ ਸੀ। ਮਹਾਰਾਜ ਸਤਿਗੁਰੂ ਕਹਿਣ ਲੱਗੇ ਇੱਦਾਂ ਕਰੋ, ਤੁਸੀਂ ਉੱਠ ਕੇ ਆਓ, ਤੁਹਾਨੂੰ ਸਭ ਕੁਝ ਮਿਲੇਗਾ ਗੁਰੂ ਘਰ ਵਿੱਚੋਂ। ਅੰਮ੍ਰਿਤ ਵੇਲੇ ਆਓ, 8 ਘੰਟੇ ਬਹੁ ਨਾਮ ਜਪੋ। ਕਹਿਣ ਲੱਗੇ ਮਹਾਰਾਜ ਠੀਕ ਆ। ਸੋ ਬੈਠੇ ਗੁਰੂ ਕੇ ਪਿਆਰਿਓ, ਥੋੜ੍ਹਾ ਕੁ ਸਮਾਂ ਹੀ ਲੰਘਿਆ ਅਤੇ ਗੱਲਾਂ ਬਾਤਾਂ ਕਰਨ ਲੱਗ ਪਏ। ਸੋ ਸਤਿਗੁਰੂ ਗਰੀਬ ਨਿਵਾਜ ਜੀ ਨੇ ਗੁਰੂ ਸਿੰਘਾਂ ਦੀਆਂ ਡਿਊਟੀਆਂ ਲਾਤੀਆਂ ਕਿ ਇਹਨਾਂ ਨੂੰ ਵੱਖਰੇ ਵੱਖਰੇ ਬਿਠਾ ਦਿਓ, ਗੱਲਾਂ ਨਹੀਂ ਕਰਨ ਦੇਣੀਆਂ। ਸੋ ਬੜੇ ਮੁਸ਼ਕਿਲ ਦੇ ਨਾਲ ਮਾਲਾ ਤੇ ਫੜੀਆਂ ਹੱਥ 'ਚ, ਪਰ ਮਨ ਨਹੀਂ ਟਿਕਦਾ, ਮੁੱਖ ਤੋਂ ਕੁਛ ਨਿਕਲਦਾ ਨਹੀਂ। ਮਸਾਂ ਹੀ ਮਸਾਂ 8 ਘੰਟੇ ਕੱਢੇ। ਸਤਿਗੁਰੂ ਗਰੀਬ ਨਿਵਾਜ ਜੀ ਨੇ 5-5 ਮੋਹਰਾਂ ਦਿੱਤੀਆਂ, ਛਕਣ ਨੂੰ ਛਕਾਉਣ ਨੂੰ ਖੁੱਲ੍ਹਾ ਦਿੱਤਾ, ਬਸਤਰ ਦਿੱਤੇ। ਮਹਾਰਾਜ ਕਹਿਣ ਲੱਗੇ ਜੇ ਤੁਹਾਨੂੰ ਮਨਜ਼ੂਰ ਆ ਰੋਜ਼ ਆ ਜਾ ਕਰੋ, ਤੁਹਾਨੂੰ ਕੋਈ ਘਾਟਾ ਨਹੀਂ ਰਹਿੰਦਾ, ਗੁਰੂ ਘਰੋਂ ਬਹੁਤ ਕੁਝ ਮਿਲੇਗਾ। ਕਹਿਣ ਲੱਗੇ ਮਹਾਰਾਜ ਇਹ ਨਹੀਂ ਸਾਥੋਂ ਗਿੱਲਾ ਪੀਣ ਹੁੰਦਾ, ਸਾਡਾ ਕੰਮ ਤੇ ਉਹੀ ਠੀਕ ਆ। ਪਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੇ ਛੇਤੀ। ਸੋ ਰਾਹੂ ਕੇਤੂ ਦੋ ਬੈਲ ਹਮਾਰੇ, ਸਥਾੜ ਸਤੀ ਹੈ ਖੇਤੀ। ਪਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੇ ਛੇਤੀ। ਉਹੀ ਸਾਨੂੰ ਠੀਕ ਆ। ਪਤਰੀ ਖੋਲੀ, ਕਿਸੇ ਨੂੰ ਕਹਿਤਾ ਤੈਨੂੰ ਰਾਹੂ ਚੰਬੜਿਆ, ਕਿਸੇ ਨੂੰ ਕਹਿਤਾ ਕੇਤੂ ਦਾ ਪਹਿਰਾ ਤੇਰੇ ਤੇ ਸ਼ਨੀ ਬੜਾ ਪ੍ਰਭਾਵ ਕਰ ਰਿਹਾ ਹੈ। ਸੋ ਇਹ ਸਾਰਾ ਕੁਝ ਦੱਸ ਕੇ ਤੇ ਅਸੀਂ ਰੋਟੀ ਪਾਣੀ ਵਧੀਆ ਚੱਲੀ ਜਾਂਦਾ। ਮਹਾਰਾਜ ਆਹ ਕੰਮ ਨਹੀਂ ਬੜਾ ਔਖਾ ਹੁੰਦਾ, ਇਹ ਕੰਮ ਨਹੀਂ ਸਾਥੋਂ ਹੋਣਾ, ਬੜਾ ਔਖਾ ਹੈ ਨਾਮ ਜਪਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸੇ ਕਰਕੇ ਹੀ ਇਹ ਬਚਨ ਕੀਤੇ ਆ ਨਾ, ਵਿਪਰੋ ਇਹ ਤੁਹਾਡੇ ਬਣਾਏ ਆ। ਤੁਸੀਂ ਕਹਿੰਦੇ ਵੀ ਇਹ ਚਾਰ, ਇਹ ਸ਼ੂਦਰ ਆ, ਇਹ ਵੈਸ਼ ਆ, ਇਹਨਾਂ ਨੂੰ ਮਹਾਰਾਜ ਤੁਸੀਂ ਛਤਰੀਆਂ ਨੂੰ ਕਿਉਂ ਬਹੁਤਾ ਹੀ ਵੱਡੇ ਕਰ ਦਿੱਤਾ, ਸਾਨੂੰ ਸਾਡੀ ਪੁੱਛ ਗਿੱਛ ਨਹੀਂ ਰਹੀ, ਅਸੀਂ ਬਾਹਮਣ ਆ। ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਸਾਡਾ ਖਾਲਸਾ ਹੈ। ਜੁਧ ਜੀਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ। आग आग टरे इन्हीं के प्रसाद, इन्हीं की कृपा पुन धाम। की कृपा के सजे हम है, नहीं मोह से गरीब करोड़ परे। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤੇ ਕਿ ਸਾਰੇ ਯੁੱਧ ਇਹਨਾਂ ਗੁਰੂ ਕੇ ਸਿੰਘਾਂ ਦੀ ਕਿਰਪਾ ਦੇ ਨਾਲ, ਇਹ ਖਾਲਸੇ ਦੀ ਕਿਰਪਾ ਦੇ ਨਾਲ ਜਿੱਤੇ ਆ। ਇਹਨਾਂ ਦੀ ਕਿਰਪਾ ਨਾਲ ਇਹ ਘਰ ਭਰੇ ਹਨ। ਔਰ ਜਿੰਨੇ ਵੀ ਆਦਾਨ ਕਰ ਰਹੇ ਆ, ਅੱਗ ਪਾਪ ਟਰੇ, ਸਾਰੇ ਇਹਨਾਂ ਦੀ ਕਿਰਪਾ ਨਾਲ ਹੀ ਟਲੇ ਆ। ਔਰ ਇਹਨਾਂ ਦੀ ਕਿਰਪਾ ਨਾਲ ਹੀ ਸੋ
ਵਿਦਿਆ ਪ੍ਰਾਪਤ ਕੀਤੀ ਹੈ, ਯੁੱਧ ਵਿਦਿਆ ਅਤੇ ਇਸੇ ਤਰ੍ਹਾਂ ਸ਼ਸਤਰ ਵਿਦਿਆ, ਇਹਨਾਂ ਦੀ ਕਿਰਪਾ ਦੇ ਨਾਲ ਹੀ ਸਾਰੇ ਵੈਰੀ ਮਰੇ ਹਨ। ਧੰਨ ਗੁਰੂ ਕਲਗੀਧਰ ਗਰੀਬ ਨਿਵਾਜ ਸੱਚੇ ਪਾਤਸ਼ਾਹ। ਵੇਖੋ ਗੁਰੂ ਕੇ ਪਿਆਰਿਓ, ਇਹੋ ਜਿਹਾ ਹੈ ਕਿਤੇ ਰਹਿਬਰ ਦੁਨੀਆ 'ਚ ਲੱਭਦਾ ਕਿਤੇ? ਗਰੀਬਾਂ ਨੂੰ, ਨਿਮਾਣਿਆਂ ਨੂੰ, ਨਿਤਾੜਿਆਂ ਨੂੰ, ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਸੀ, ਪੰਗਤੀ 'ਚ ਸ੍ਰੇਸ਼ਟ ਸ਼੍ਰੇਣੀ 'ਚ ਕੋਈ ਬਿਠਾ ਕੇ ਰਾਜੀ ਨਹੀਂ ਸੀ, ਸ਼ੂਦਰ ਕਹਿ ਕੇ, ਵੈਸ਼ ਕਹਿ ਕੇ ਪਰਾਂ ਕਰਦੇ ਸਨ। ਉਹਨਾਂ ਨੂੰ, ਨਿਤਾੜਿਆਂ ਨੂੰ, ਨਿਮਾੜਿਆਂ ਨੂੰ, ਲਿਤਾੜਿਆਂ ਨੂੰ, ਦੱਬਿਆਂ ਨੂੰ, ਕੁਚਲਿਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜ ਦੇ ਤਖਤ 'ਤੇ ਬਹਾ ਕਰਕੇ ਔਰ ਫੇਰ ਵਚਨ ਕੀ ਕੀਤੇ? ਇਹ ਨਹੀਂ ਕਿਹਾ ਕਿ ਮੈਂ ਇਹਨਾਂ ਨੂੰ ਰਾਜ ਦਿੱਤਾ, ਮੈਂ ਇਹਨਾਂ 'ਤੇ ਕਿਰਪਾ ਕੀਤੀ ਆ। ਮਹਾਰਾਜ ਜੀ ਦਾ ਵਚਨ ਵੇਖੋ, ਮਹਾਰਾਜ ਕਹਿਣ ਲੱਗੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਭਰੇ। ਇਹ ਭਾਈ, ਇਹਨਾਂ ਦੀ ਕਿਰਪਾ ਦੇ ਨਾਲ ਅਸੀਂ ਸਜੇ ਹਾਂ, ਨਹੀਂ ਤੇ ਮੇਰੇ ਵਰਗੇ ਤਾਂ ਗਰੀਬ ਕਰੋੜਾਂ ਹੀ ਇੱਥੇ ਪਏ ਹਨ। ਕੌਣ ਪੁੱਛਦਾ ਸਾਨੂੰ? ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ, ਗੁਰੂ ਕੇ ਪਿਆਰਿਓ, ਇਹ ਵਡਿਆਈ ਹੈ। ਧੰਨ ਭਾਈ ਗੁਰਦਾਸ ਸਾਹਿਬ ਜੀ ਨੇ ਤਾਂਹੀਓ ਵਚਨ ਲਿਖਿਆ ਨਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਉਹ ਮਰਦ ਅਗੰਮੜਾ, ਅਗੰਮਤਾ ਤੋਂ ਰਹਿਤ, ਸੂਰਮਾ, ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੋਇਆ, ਸਤਿਗੁਰੂ ਜੀ ਹੋਏ ਆ, ਜਿਨ੍ਹਾਂ ਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਹਨ, ਅਕਾਲ ਪੁਰਖ ਦਾ ਸੋ ਸਰਗੁਣ ਰੂਪ, ਆਪ ਹੀ ਸਤਿਗੁਰੂ ਜੀ ਚੇਲੇ ਬਣੇ, ਚੇਲੇ। ਪੰਜਾਂ ਸਿੰਘਾਂ ਨੂੰ ਗੁਰੂ ਕੇ ਪਿਆਰਿਓ ਅੰਮ੍ਰਿਤ ਛਕਾ ਕਰਕੇ ਫਿਰ ਪੰਜਾਂ ਦੇ ਅੱਗੇ ਹੱਥ ਰੱਖ ਲਏ ਸਤਿਗੁਰੂ ਜੀ ਨੇ ਪ੍ਰੇਮ ਦੇ ਨਾਲ। ਬੇਨਤੀ ਕਰਨ ਲੱਗੇ ਕਿ ਸਿੰਘੋ, ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ, ਹੁਣ ਤੁਸੀਂ ਸਾਨੂੰ ਅੰਮ੍ਰਿਤ ਛਕਾਓ। ਪੰਜਾਂ ਪਿਆਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ, ਅਸੀਂ ਅਲਪੱਗ ਜੀਵ, ਆਪ ਜੀ ਸਰਬੱਗ, ਆਪ ਜੀ ਸਮਰੱਥ ਗੁਰੂ, ਅਸੀਂ ਸੋ ਜੂਨਾਂ ਦੇ ਵਿੱਚ ਭਰਨ ਵਾਲੇ ਅਲਪੱਗ ਜੀਵ, ਤੁਹਾਨੂੰ ਮਹਾਰਾਜ ਹੀ ਅੰਮ੍ਰਿਤ ਦੇ ਸੋਮੇ ਦਾ ਤੁਸੀਂ ਹੋ, ਤੇ ਤੁਹਾਨੂੰ ਅਸੀਂ ਕਿਵੇਂ ਦਈਏ ਅੰਮ੍ਰਿਤ? ਧੰਨ ਗੁਰੂ ਗਰੀਬ ਨਿਵਾਜ ਜੀ ਨੇ ਵਚਨ ਕੀਤੇ ਕਿ ਅਕਾਲ ਪੁਰਖ ਦੀ ਮੌਜ ਹੈ। ਤੁਸੀਂ ਜਿਵੇਂ ਤੁਹਾਨੂੰ ਅਸੀਂ ਦਇਆ ਰਾਮ ਤੋਂ ਦਇਆ ਸਿੰਘ, ਭਾਈ ਧਰਮਦਾਸ ਤੋਂ ਧਰਮ ਸਿੰਘ, ਇਸੇ ਤਰ੍ਹਾਂ ਹਿੰਮਤ ਰਾਏ ਤੋਂ ਹਿੰਮਤ ਸਿੰਘ, ਭਾਈ ਮੋਹਕਮ ਚੰਦ ਤੋਂ ਭਾਈ ਮੋਹਕਮ ਸਿੰਘ, ਭਾਈ ਸਾਹਿਬ ਚੰਦ ਤੋਂ ਭਾਈ ਸਾਹਿਬ ਸਿੰਘ ਬਣਾਇਆ, ਇਸੇ ਤਰ੍ਹਾਂ ਤੁਸੀਂ ਵੀ ਸਾਡੇ ਨਾਮ ਦੇ ਨਾਲ ਹੁਣ ਸਿੰਘ ਸ਼ਬਦ ਲਾ ਦਿਓ, ਸਾਨੂੰ ਅੰਮ੍ਰਿਤ ਛਕਾ ਦਿਓ। ਗੁਰੂ ਕੇ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਜੀ ਦੀ ਆਗਿਆ ਮੰਨਦਿਆਂ, ਗੁਰੂ ਦਾ ਹੁਕਮ ਮੰਨਦਿਆਂ, ਪੰਜਾਂ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਸਤਿਗੁਰੂ ਕਲਗੀਧਰ ਜੀ ਨੂੰ ਛਕਾਇਆ। ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਣੇ ਨਾਮ ਨਾਲ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਲਿਖਿਆ ਔਰ ਇਹ ਹੁਕਮ ਕਰ ਦਿੱਤਾ ਕਿ ਅੱਜ ਤੋਂ ਅੱਗੇ ਜਿਹਨੇ ਵੀ ਸਾਨੂੰ ਗੁਰੂ ਧਾਰਨ ਕਰਨਾ, ਉਹ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਸਿੰਘਾਂ ਤੋਂ ਜ਼ਰੂਰ ਛਕੇ। ਇਹ ਜੋ ਚਰਨ ਪਹੁਲ ਦੀ ਰੀਤ ਹੈ ਨਾ, ਇਹ ਅੱਜ ਤੋਂ ਮਿਟਾ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ 10ਵੇਂ ਪਾਤਸ਼ਾਹ ਜੀ ਤੱਕ ਜਦੋਂ ਵੀ ਕਿਸੇ ਸਿੱਖ ਨੇ ਗੁਰੂ ਧਾਰਨ ਕਰਨਾ, ਤੇ ਸਤਿਗੁਰੂ ਗਰੀਬ ਨਿਵਾਜ ਜੀ ਉਹਨੂੰ ਆਪਣਾ ਸੱਜਾ ਪੈਰ ਧੁਆ ਕਰਕੇ, ਚਰਨ ਧੁਆ ਕਰਕੇ, ਤਾਂ ਉਹਦੀ ਸੱਜੇ ਸੁੰਦਰ ਜਲ ਪਵਾ ਕਰਕੇ ਬਾਟੇ ਦੇ ਵਿੱਚ ਉਹਨੂੰ ਆਪਣਾ ਸੱਜਾ ਅੰਗੂਠਾ ਛੁਹਾਉਂਦੇ, ਸੱਜੇ ਪੈਰ ਦਾ ਅੰਗੂਠਾ ਛੁਹਾ ਕੇ, ਤੇ ਉਹ ਸਿੱਖ ਜਲ ਛਕ ਲੈਂਦਾ। ਇਹਨੂੰ ਕਹਿੰਦੇ ਚਰਣਾ ਪਹੁਲ। ਚਰਨ ਪਹੁਲ ਦੀ ਰੀਤ ਨੂੰ ਮਿਟਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦੀ, ਖੰਡੇ ਕੀ ਪਹੁਲ ਦੀ ਰੀਤ ਚਲਾਈ। ਔਰ ਇਸੇ ਤਰ੍ਹਾਂ ਆਪ ਸਤਿਗੁਰੂ ਜੀ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਖਾਲਸੇ ਦੀ ਬਹੁਤ ਹੋਰ ਉਪਮਾ ਕੀਤੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ। ਇਹ ਵੀ ਵਚਨ ਕੀਤੇ ਕਿ ਦਾਨ दयो इन्हीं को भलो और आन को दान न लाग नीको, सेव करी इन्हीं की भली
और की सेव सुहात न जी को, आज्ञा फल इन्हीं को दयो, जग में जस और दयो सब फीको, मोह ग्रह में मन ते तन ते सिर लो धन है, सब ही इन्हीं को। ਮਹਾਰਾਜ ਕਹਿੰਦੇ ਦਾਨ ਦਿੱਤਾ ਵੀ ਸਾਨੂੰ ਉਹ ਹੀ ਪਾਉਂਦਾ ਜਿਹੜਾ ਸਾਡੇ ਖਾਲਸੇ ਨੂੰ ਦਾਨ ਦਿੰਦਾ, ਉਹ ਸਾਨੂੰ ਚੰਗਾ ਲੱਗਦਾ। ਸੇਵਾ ਕੀਤੀ ਸਾਡੇ ਖਾਲਸੇ ਦੀ ਸਾਨੂੰ ਪਾਉਂਦੀ ਹੈ। ਇਹਨਾਂ ਨੂੰ ਦਾਨ ਦਿੱਤਾ ਜਿਹੜਾ ਗੁਰੂ ਕੇ ਖਾਲਸੇ ਨੂੰ, ਇਹ ਪ੍ਰਲੋਕ ਦੇ ਵਿੱਚ ਵੀ ਫਲੇਗਾ। ਵੀ ਅਸੀਂ ਆਹ ਕਰ ਰਹੇ ਉਹ ਕਰ ਰਹੇ, ਉਹ ਇੱਥੇ ਦੁਨੀਆ 'ਚ ਦਾ ਜਸ ਹੈ, ਉਹਦਾ ਅੱਗੇ ਕੋਈ ਲਾਭ ਨਹੀਂ। ਧੰਨ ਗੁਰੂ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਗੀਧਰ ਗਰੀਬ ਨਿਵਾਸ ਜੀ ਨੇ ਵਚਨ ਕੀਤੇ, ਮੇਰੇ ਘਰ ਵਿੱਚ ਜੋ ਵੀ ਮੇਰਾ ਮਨ ਤਨ ਸਰੀਰ ਜੋ ਵੀ ਗੁਰੂ ਸਾਡੇ ਘਰ ਵਚਨ ਕਰਨ ਲੱਗੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਖਾਲਸਾ ਸਾਡਾ ਮੁੱਖ ਖਾਸ ਰੂਪ ਹੈ, ਖਾਲਸੇ ਵਿੱਚ ਸਾਡੇ ਵਿੱਚ ਕੋਈ ਭੇਦ ਨਾ ਜਾਣੋ। ਜਿਸ ਨੇ ਆਤਮ ਰਸ ਜਾਣ ਲਿਆ ਉਹੀ ਅਸਲੀ ਖਾਲਸਾ ਹੈ। ਭਰਮ ਭੇਖ ਤੋਂ ਜੋ ਰਹਿਤ ਹੈ ਉਹ ਸਾਡਾ ਅਸਲੀ ਖਾਲਸਾ ਹੈ। ਔਰ ਉਹ ਖਾਲਸਾ ਗੁਰੂ ਕੇ ਪਿਆਰਿਓ ਸੋ ਹੈ ਖਾਲਸ ਦੇਵ ਪ੍ਰਭ ਮੈਂ ਅਕਾਲ ਪੁਰਖ ਨਿਰੰਕਾਰ ਦੇ ਵਿੱਚ, ਸਾਡੇ ਵਿੱਚ ਤੇ ਉਸ ਖਾਲਸੇ ਵਿੱਚ ਕੋਈ ਫਰਕ ਨਹੀਂ, ਉਹ ਸਾਡਾ ਹੀ ਰੂਪ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ, ਖਾਲਸਾ ਮੇਰੋ ਮੁੱਖ ਹੈ ਅੰਗ। ਮੁੱਖ ਅੰਗ ਹੁੰਦਾ ਨਾ, ਇਹ ਸਾਡਾ ਖਾਲਸਾ ਮੁੱਖ ਅੰਗ ਹੈ। ਖਾਲਸਾ ਖਾਲਸੇ ਕਿਹੋ ਬਸਤ ਸਤਸੰਗ, ਖਾਲਸੇ ਦੇ ਅਸੀਂ ਸਦਾ ਹੀ ਅੰਗ ਸੰਗ ਰਹਿੰਦੇ ਹਾਂ। ਖਾਲਸਾ ਮੇਰੋ ਸੱਜਣ ਪਰਿਵਾਰ, ਖਾਲਸਾ ਹੀ ਸਾਡਾ ਸੱਜਣ, ਖਾਲਸਾ ਹੀ ਸਾਡਾ ਪਰਿਵਾਰ ਹੈ। ਖਾਲਸਾ ਮੇਰੋ ਕਰਤ ਉਧਾਰ, ਸਾਡਾ ਖਾਲਸਾ ਹੀ ਸਾਰੀ ਸੰਗਤ ਦਾ ਉਧਾਰ ਕਰੇਗਾ। ਖਾਲਸਾ ਮੇਰੋ ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੇਅੰਤ ਇਹ ਖਾਲਸਾ ਉਪਮਾ ਉਚਾਰਨ ਕੀਤੀ ਔਰ ਇੰਨੇ ਬਚਨ ਕਹਿ ਦਿੱਤੇ। ਕਹਿਣ ਲੱਗੇ, ਉਪਮਾ ਖਾਲਸ ਹੈ ਜਾਤ ਨਾ ਕਹੀ, ਜਿਹਵਾ ਏਕ ਪਾਰ ਨਹਿ ਲਹੀ। ਖਾਲਸੇ ਦੀ ਉਪਮਾ ਸਾਥੋਂ ਇੱਕ ਜ਼ੁਬਾਨ ਦੇ ਨਾਲ ਪੂਰੀ ਨਹੀਂ ਕਹੀ ਜਾ ਸਕਦੀ। ਇੰਨੀ ਉਪਮਾ ਇੰਨੀ ਵਡਿਆਈ ਆ ਖਾਲਸੇ ਦੀ। ਸਾਰਦ ਰਸਨ ਸ਼ੇਸ਼ ਰਸਨ ਸਾਰਦ ਸੀ ਬੁੱਧ, ਸ਼ੇਸ਼ ਨਾਗ ਦੀਆਂ ਕਹਿੰਦੇ 1000 ਉਹਦੇ ਸਿਰ ਮੰਨੇ ਆ, ਔਰ ਸੱਪਾਂ ਦੇ ਇੱਕ ਮੂੰਹ ਦੇ ਵਿੱਚ 2-2 ਜ਼ੁਬਾਨਾਂ ਹੁੰਦੀਆਂ, 2000 ਉਹਦੀਆਂ ਜੀਭਾਂ ਮੰਨੀਆਂ। ਕਹਿੰਦੇ ਉਹਦੇ 2000 ਜ਼ੁਬਾਨਾਂ ਵੀ ਭਾਵੇਂ ਸ਼ੇਸ਼ ਨਾਗ ਦੀਆਂ ਲੈ ਕੇ ਕੋਈ ਉਪਮਾ ਕਰਨ ਲੱਗ ਪਏ ਨਾ, ਤੇ ਸ਼ਾਰਦਾ ਦੇਵੀ ਜਿਹੜੀ ਆ ਉਹ ਬੜੀ ਹਿੰਦੂ ਮਤ ਦੇ ਵਿੱਚ ਮੰਨੀ ਆ ਕਿ ਇਹ ਵਿਦਿਆ ਦੀ ਦੇਵੀ ਹੈ, ਬੁੱਧੀ ਦੀ ਦੇਵੀ ਹੈ। ਉਹਦੇ ਵਰਗੀ ਭਾਵੇਂ ਕੋਈ ਬੁੱਧੀ ਧਾਰਨ ਕਰਕੇ ਗੁਰੂ ਕੇ ਖਾਲਸੇ ਦੀ ਉਪਮਾ ਕਰਨ ਲੱਗ ਪਏ ਤਾਂ ਵੀ ਸ਼ੁੱਧ ਪੂਰਨ ਤੌਰ 'ਤੇ ਇਹ ਖਾਲਸੇ ਦੀ ਉਪਮਾ ਨਹੀਂ ਕਰ ਸਕਦੇ। ਇੰਨੀ ਮਹਿਮਾ ਹੈ ਗੁਰੂ ਕੇ ਖਾਲਸੇ ਦੀ। ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੇ ਵਚਨ ਕਹੇ। ਮਹਾਰਾਜ ਕਹਿਣ ਲੱਗੇ, ਸੋ ਯਾਮ ਹੈ ਮਿਥਿਆ ਰੰਚ ਨ ਭਾਖੀ। ਇਹ ਜਿਹੜੇ ਵਚਨ ਅਸੀਂ ਕਹੇ ਨਾ, ਇਹਦੇ 'ਚ ਥੋੜਾ ਮਾਤਰ ਵੀ ਅਸੀਂ ਝੂਠ ਨਹੀਂ ਕਿਹਾ। ਪਾਰ ਬ੍ਰਹਮ ਗੁਰ ਨਾਨਕ ਸਾਖੀ, ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਸਾਖੀ ਹਾਜ਼ਰ ਨਾਜ਼ਰ ਜਾਣ ਕੇ, ਗੁਰੂ ਨਾਨਕ ਸਾਹਿਬ ਜੀ ਨੂੰ ਸਾਖੀ ਜਾਣ ਕੇ ਅਸੀਂ ਇਹ ਵਚਨ ਕਹਿ ਰਹੇ ਹਾਂ, ਕੋਈ ਝੂਠ ਨਹੀਂ ਕਿਹਾ। ਧੰਨ ਗੁਰੂ ਕਲਗੀਧਰ ਗਰੀਬ ਨਿਵਾਸ ਜੀ ਨੇ ਗੁਰੂ ਕੇ ਪਿਆਰਿਓ ਇਸ ਪ੍ਰਕਾਰ ਇਹ ਖਾਲਸੇ ਨੂੰ ਸਾਜਿਆ ਔਰ ਰਹਿਤਾਂ ਲੜਾਈਆਂ ਕਰਹਿਤਾਂ ਤੋਂ ਬਚਣ ਲਈ ਕਿਹਾ। ਇਸੇ ਤਰ੍ਹਾਂ ਸਮਾਜ ਦੀ ਸੇਵਾ ਦਾ ਵੀ ਵਚਨ ਸਤਿਗੁਰੂ ਜੀ ਨੇ ਕੀਤੇ ਕਿ ਗੁਰੂ ਕਾ ਖਾਲਸਾ ਮਜਲੂਮ ਦੀ ਰੱਖਿਆ ਕਰੇ। ਇਹ ਜੋ ਕਿਰਪਾਨ ਸ਼ਸਤਰ ਫੜਾਏ ਆ, ਇਹ ਗੁਰੂ ਕੇ ਖਾਲਸੇ ਨੇ ਸੋ ਜੋ ਗਰੀਬ ਗਊ ਦੀ ਰੱਖਿਆ ਕਰਨ ਵਾਸਤੇ, ਮਜਲੂਮ ਦੀ ਰੱਖਿਆ ਕਰਨ ਵਾਸਤੇ ਇਹਨੂੰ ਵਰਤਣਾ ਹੈ। ਇਸ ਸ਼ਸਤਰਾਂ ਨੂੰ ਦੁਸ਼ਟਾਂ ਨੂੰ ਸੋਧਣ ਵਾਸਤੇ ਤੇ ਆਪਣੀ ਰੱਖਿਆ ਦੀ ਵਾਸਤੇ ਢਾਲ ਦੀ ਤਰ੍ਹਾਂ ਇਹਦੀ ਵਰਤੋਂ ਕਰਨੀ ਸ਼ਸਤਰਾਂ ਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਨ ਗੁਰੂ ਕੇ ਪਿਆਰਿਓ ਸੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ
ਖਾਲਸਾ ਸਾਜਣਾ ਕੀਤੀ ਔਰ ਖਾਲਸੇ ਦੇ ਵਿੱਚ ਇਹ ਨਵਾਂ ਜੋਸ਼ ਭਰ ਦਿੱਤਾ। ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬਹੂ ਨਹੀਂ ਪਕੜੀ। ਕਹਿੰਦੇ ਸਾਡਾ ਕੰਮ ਹੈ ਤਕੜੀ ਤੋਲਣੀ, ਆ ਨੰਗੀ ਕਿਰਪਾਨ ਤੇ ਕਦੀ ਅਸੀਂ ਫੜੀ ਨਹੀਂ। ਹਾਏ ਹੱਥ 'ਚ ਨਾ ਫੜੋ, ਵੱਜ ਨਾ ਜਾਏ, ਲਹੂ ਨਾ ਨਿਕਲ ਜਾਏ, ਡਰ ਲੱਗਦਾ ਬੜਾ। ਨੰਗੀ ਕਰਦ ਕਬੂ ਨਹੀਂ ਪਕੜੀ, चिड़ी उड्डे डर से मर जाऊं, तुर्कन से कैसे लड़ पाऊं। चिड़ी लागे फड़के ना ते उस वेले डर जा माना ते तुर्कां नाल मैं कित्थों लड़ूंगा। सतगुरु गरीब नवाज जी ने फिर बचन कीते, 1.25 लाख से एक लड़ाऊं। ये अमृत छका करके ना चिड़ियां तो सतगुरु जी ने उस समय एक छोटे बाटे दे विच अमृत रखिया। ਅੰਮ੍ਰਿਤ ਛਕ ਕੇ ਇੰਨਾ ਵੀ ਰਸ ਵਿੱਚ ਆਇਆ ਕਿ ਫੜ ਕੇ ਜੋ ਉੱਥੇ ਬੈਠਾ ਬਾਜ, ਉਹਦੀ ਧੌਣ ਨੂੰ ਮਰੋੜ ਛੱਡਿਆ ਉਹਨੇ। ਬਾਜ ਨੂੰ ਚੁੰਝਾਂ ਮਾਰ ਮਾਰ ਕੇ ਭਜਾਤਾ, ਅੱਗੇ ਲਾ ਲਿਆ। ਇੰਨਾ ਵੀ ਰਸ। ਗੁਰੂ ਕੇ ਪਿਆਰਿਓ, ਜਿਸ ਸਮੇਂ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਅੰਮ੍ਰਿਤ ਤਿਆਰ ਕੀਤਾ ਤੇ ਮਾਤਾ ਅਜੀਤ ਕੌਰ ਜੀ ਨੇ ਲਿਆ ਕੇ ਪਤਾਸੇ ਪਾਏ ਵਿੱਚ ਮਹਾਰਾਜ ਜੀ ਨੇ ਨਾਲੇ ਵਚਨ ਕੀਤੇ ਕਿ ਠੀਕ ਹੈ। ਸੋ ਮਾਤਾ ਪਿਤਾ ਦੋਨਾਂ ਦੀ ਲੋੜ ਹੈ। ਜੇ ਖਾਲਸਾ ਪੁੱਤਰ ਪੈਦਾ ਕਰਨਾ ਤੇ ਦੋਵਾਂ ਦੀ ਲੋੜ ਹੈ। ਉਸ ਸਮੇਂ ਇਹ ਵਚਨ ਕੀਤਾ ਕਿ ਅਸੀਂ ਇਹ ਵੀਰ ਰਸ ਭਰਿਆ ਸੀ, ਖਾਲਸੇ ਵਿੱਚ ਵੀਰ ਰਸ ਤੁਸੀਂ ਵਿੱਚ ਪਤਾਸੇ ਪਾਤੇ, ਨਾਲ ਹੁਣ ਇਹ ਸੁਭਾਅ ਦੇ ਮਿੱਠੇ ਵੀ ਰਹਿਣਗੇ। ਵੀਰ ਰਸੀ ਤਾਂ ਹੋਣਗੇ ਦੁਸ਼ਮਣ ਦੇ ਸਾਹਮਣੇ, ਪਰ ਆਪਸ ਵਿੱਚ ਇਹ ਸ਼ਾਂਤ ਵੀ ਰਹਿਣਗੇ, ਮਿੱਠੇ ਪਿਆਰੇ ਭਰਾ ਵੀ ਰਹਿਣਗੇ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਪਿਆਰਿਓ ਇਸ ਪ੍ਰਕਾਰ ਇਹ ਕੌਤਕ ਕੀਤੇ। ਸੋ ਚਿੜੀਆਂ ਤੇ ਮੈਂ ਬਾਜ ਤੜਾऊं, ਗਿੱਦੜਾਂ ਤੋਂ ਮੈਂ ਸ਼ੇਰ ਬਣਾऊं। 1.25 लाख से एक लड़ाऊं, तबे गोबिंद सिंह नाम कहाऊं। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਪੂਰੇ ਵੀ ਕੀਤੇ। 1.25 ਲੱਖ ਦੇ ਨਾਲ ਗੁਰੂ ਕਾ ਇੱਕ ਇੱਕ ਸਿੰਘ ਜੂਝਿਆ, ਹਾਰ ਨਹੀਂ ਮੰਨੀ। ਗੁਰੂ ਕੇ ਪਿਆਰਿਓ, ਹਾਰਿਆ ਅਸਲ ਚੋਆ ਜਿਹਨੇ ਹਾਰ ਮੰਨ ਲਈ। ਭਾਵੇਂ ਉਹ ਜੰਗ 'ਚ ਲੜਿਆ ਨਹੀਂ, ਲੜਿਆ ਉੱਦਾਂ ਹੀ ਹਾਰ ਗਿਆ। ਜਿਹੜਾ ਲੜ ਕੇ ਟੁਕੜੇ ਟੁਕੜੇ ਹੋ ਗਿਆ, ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨ ਛਾਡਾ ਖੇਤ। ਉਹ ਹਾਰਿਆ ਨਹੀਂ, ਉਹ ਤਾਂ ਸ਼ਹੀਦੀ ਪ੍ਰਾਪਤ ਕਰ ਗਿਆ, ਉਹ ਤਾਂ ਜਿੱਤ ਗਿਆ ਜੰਗ ਆਪਣੀ। ਹਾਰਿਆ ਉਹ ਜਿਹੜਾ ਕਾਇਰ ਹੋ ਕੇ ਭੱਜ ਗਿਆ, ਡਰ ਗਿਆ। ਜਿਹਨੇ ਭੱਜਿਆ ਵੀ ਨਹੀਂ, ਡਰਿਆ ਨਹੀਂ, ਉਦਾਂ ਹੀ ਹੱਥ ਜੋੜ ਕੇ ਮੰਨ ਲਿਆ ਕਿ ਜੋ ਤੁਸੀਂ ਕਹਿੰਦੇ ਹੋ ਮੈਨੂੰ ਮਨਜ਼ੂਰ ਆ, ਮੈਂ ਧਰਮ ਨੂੰ ਛੱਡਣ ਨੂੰ ਤਿਆਰ ਹਾਂ, ਮੈਂ ਅਧਰਮ ਤੁਹਾਡਾ ਕਿਆ ਮੰਨਣ ਨੂੰ ਤਿਆਰ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਲਗੀਧਰ ਜੀ ਦਾ ਖਾਲਸਾ ਬੇਅੰਤ ਉਪਮਾ ਦਾ ਮਾਲਕ ਹੈ। ਧੰਨ ਗੁਰੂ ਗਰੀਬ ਨਿਵਾਜ ਜੀ ਧੰਨ ਹਨ ਜਿਨ੍ਹਾਂ ਨੇ ਖਾਲਸੇ ਨੂੰ ਸਾਜਿਆ। ਗੁਰੂ ਪਿਆਰਿਓ, ਸਾਡੇ ਵਿੱਚ ਵੀ ਖਾਲਸੇ ਵਾਲੇ ਗੁਣ ਆਉਣ, ਝੂਠ ਨੂੰ ਫਰੇਬ ਨੂੰ ਪਰਾਂ ਦੂਰ ਕਰਕੇ ਸੱਚ ਦੇ ਧਾਰਨੀ ਬਣੀਏ। ਕੁਰੈਤਾਂ ਨੂੰ ਛੱਡ ਕੇ ਐਡੇ ਮਨ ਭੈੜੇ ਰਹਿਤ ਰੱਖਣ ਨੂੰ ਤਿਆਰ ਹੀ ਨਹੀਂ ਜੀ ਮੈਥੋਂ ਜ਼ੁਬਾਨ ਨਹੀਂ ਰਹਿੰਦੀ, ਇਹ ਖਾਣਾ ਪੈਂਦਾ ਮੈਨੂੰ। ਨਸ਼ੇ ਛੱਡਣ ਨੂੰ ਤਿਆਰ ਨਹੀਂ ਜੀ, ਮੈਂ ਅੰਮ੍ਰਿਤ ਨਹੀਂ ਛਕ ਸਕਦਾ, ਮੈਂ ਨਸ਼ੇ ਵਰਤਦਾ। ਕੇਸ ਰੱਖਣ ਨੂੰ ਤਿਆਰ ਨਹੀਂ, ਬੜਾ ਭਾਰ ਲੱਗਦਾ ਜੀ। ਉੱਦਾਂ ਭਾਵੇਂ ਸੋ ਭਾਰ ਕੁਇੰਟਲ ਚੁੱਕੀ ਫਿਰਨ, ਭਾਵੇਂ ਮਣ ਦੀ ਪੰਡ ਲੈ ਕੇ ਤੁਰੇ ਫਿਰਨ, ਪਰ ਕੇਸਾਂ ਦਾ ਬਹੁਤਾ ਭਾਰ ਲੱਗਦਾ। ਇਹ ਮਨਾਂ ਦੀ ਖੇਡ ਆ ਨਾ, ਮਨ ਹੀ ਇਹ ਵਿਗੜੇ ਪਏ ਆ। ਸੱਚੇ ਪਾਤਸ਼ਾਹ ਗਰੀਬ ਨਿਵਾਜ ਸਾਡੇ ਮਨ, ਸਾਡੇ 'ਤੇ ਵੀ ਕਿਰਪਾ ਕਰੋ। ਅਸੀਂ ਵੀ ਆਪ ਜੀ ਦੇ ਖਾਲਸੇ ਵਰਗੇ, ਆਪ ਜੀ ਦੇ ਸੱਚੇ ਪਾਤਸ਼ਾਹ ਖਾਲਸੇ ਦੀ ਰੀਸ ਹੀ ਕਰ ਲਈਏ, ਉਹਨਾਂ ਪਿੱਛੇ ਤੁਰ ਪਈਏ। ਸੱਚੇ ਪਾਤਸ਼ਾਹ ਸਾਡੇ 'ਚ ਵੀ ਇਹ ਕਿਰਪਾ ਕਰ ਦਿਓ, ਸਾਡੇ 'ਚ ਵੀ ਕੋਈ ਗੁਣ ਆਉਣ। ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ। ਆਓ ਗੁਰੂ ਪਿਆਰਿਓ, ਹੁਣ ਥੋੜ੍ਹੇ ਸਮੇਂ ਵਾਸਤੇ ਅੱਖਰੀ ਅਰਥ
ਜੋ ਇਹ ਵਿਸਾਖ ਦਾ ਮਹੀਨਾ ਹੈ, ਪੰਜਵੇਂ ਪਾਤਸ਼ਾਹ ਜੀ ਦੀ ਉਚਾਰੀ ਹੋਈ 12 ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ। ਸੋ ਇਸ ਪਾਵਨ ਬਾਣੀ ਦੇ ਵਿੱਚ ਉਹਨਾਂ ਜੀਵ ਜੋ ਵਿਛੜੇ ਹੋਏ ਆ ਪਰਮੇਸ਼ਰ ਤੋਂ, ਜੀਵ ਰੂਪੀ ਇਸਤਰੀਆਂ ਵਿਛੜੀਆਂ ਹੋਈਆਂ, ਉਹਨਾਂ ਦੀ ਹਾਲਤ ਕਥਨ ਕਰ ਰਹੇ ਆ ਕਿ ਵਾਢੀਆਂ ਨੂੰ ਜੋ ਵਿਛੜੀਆਂ ਹਨ ਉਹਨਾਂ ਨੂੰ ਧੀਰਜ ਕਿਵੇਂ ਆ ਸਕਦਾ ਹੈ, ਕਿਉਂਕਿ ਸਾਰੇ ਆਨੰਦ ਦਾ, ਸ਼ਾਂਤੀ ਦਾ ਸਮੁੰਦਰ ਤਾਂ ਪਰਮੇਸ਼ਰ ਹੈ, ਗੁਰੂ ਹੈ। ਜੋ ਗੁਰੂ ਤੋਂ ਵਿਛੜਿਆ ਉਹਨਾਂ ਦੇ ਮਨ ਨੂੰ ਧੀਰਜ ਕਿਵੇਂ ਆ ਸਕਦੀ ਹੈ, ਉਹਨਾਂ ਦੇ ਮਨ ਨੂੰ ਟਿਕਾ ਕਿਵੇਂ ਮਿਲ ਸਕਦਾ ਹੈ। ਜਿਹੜੇ ਮਨ ਸ਼ਬਦ ਗੁਰੂ ਨਾਲੋਂ ਵਿਛੜ ਕਰਕੇ ਪਦਾਰਥਾਂ 'ਚ ਲੱਗੇ ਆ, ਇਹ ਧੰਦਿਆਂ 'ਚ ਲੱਗੇ ਆ, ਧੰਦੇ ਧਾ ਜਾਣ ਵਾਲੇ ਆ, ਪਦਾਰਥ ਨਾਸ਼ ਹੋ ਜਾਣ ਵਾਲੇ ਆ। ਇਸ ਕਰਕੇ ਉਹਨਾਂ ਮਨਾਂ ਨੂੰ ਟਿਕਾ ਕਿਵੇਂ ਮਿਲ ਸਕਦਾ, ਕਿਉਂਕਿ ਟਿਕਾ ਦੇ ਵਿੱਚ ਵਾਲੇ ਥਾਂ 'ਤੇ ਬੈਠਣਗੇ ਤੇ ਟਿਕਾ ਮਿਲੇਗਾ ਨਾ। ਜਿਹੜੀ ਚੀਜ਼ ਆਪ ਚਲਾਇਮਾਨ ਹੈ ਉਹਦੇ 'ਚ ਜਿਹੜਾ ਬੈਠਾ ਉਹ ਕਿਵੇਂ ਟਿਕ ਸਕਦਾ, ਉਹ ਵੀ ਚੱਲੇਗਾ ਨਾਲ ਹੀ। ਇਸੇ ਤਰ੍ਹਾਂ ਜਿਹੜੇ ਮਨ ਧੰਦਿਆਂ 'ਚ ਲੱਗੇ ਹਨ, ਸ਼ਬਦ 'ਚ ਨਹੀਂ ਲੱਗੇ, ਜੋ ਮਨ ਧਾ ਜਾਣ ਵਾਲੇ ਪਦਾਰਥਾਂ 'ਚ ਚਿੱਤ ਲੱਗੇ ਆ, ਉਹਨਾਂ ਨੂੰ ਟਿਕਾ ਕਿਵੇਂ ਮਿਲ ਸਕਦਾ ਹੈ। ਵੈਸਾਖ ਧੀਰਨ ਕਿਉ ਵਾਢੀਆ, ਵੈਸਾਖ ਦੇ ਮਹੀਨੇ ਦੁਆਰਾ ਉਚਾਰਨ ਕਰਦਿਆਂ ਸਤਿਗੁਰੂ ਫਰਮਾਉਂਦੇ ਹਨ, ਉਹਨਾਂ ਨੂੰ ਵਿਛੜੀਆਂ ਹੋਇਆਂ ਨੂੰ ਕਿਵੇਂ ਧੀਰ ਜਾ ਸਕਦੀ ਹੈ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋਹ। ਹਰੀ ਵਾਹਿਗੁਰੂ ਜੋ ਸਾਰਿਆਂ ਦਾ ਸੱਜਣ ਹੈ, ਪੁਰਖ ਰੂਪ ਹੈ, ਮਰਦ ਸਰੂਪ ਹੈ, ਪੌਰਖ ਦੇਣ ਵਾਲਾ ਹੈ, ਪੂੰ ਆਦਿਕ ਨਰਕਾਂ ਤੋਂ ਰੱਖਣ ਵਾਲਾ ਹੈ, ਸਾਰਿਆਂ ਨੂੰ ਪਾਲਣਾ ਕਰਨ, ਪੈਦਾ ਕਰਕੇ ਪਾਲਣਾ ਕਰ ਰਿਹਾ ਹੈ। ਅੰਤ ਨੂੰ ਜੋ ਸਾਰਿਆਂ ਦਾ ਭੋਗ ਪਾ ਦੇਣ ਵਾਲਾ, ਸਾਰੀਆਂ ਪੁਰੀਆਂ ਨੂੰ ਖੈ ਕਰ ਦੇਣ ਵਾਲਾ ਹੈ। ਪੁਰਖ ਅਰਥ ਦੇ ਅੱਖਰ ਦੇ ਅਰਥ ਹਨ ਪੁਰਖ, ਪੁਰੀਆਂ ਨੂੰ ਖੈ ਕਰਨ ਵਾਲਾ। ਸੋ ਪੂ ਰੱਖ, ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ। ਭਾਵ ਗੁਰ ਕਾ ਸੇਵਕ ਨਰਕੇ ਨਾ ਜਾਏ, ਗੁਰੂ ਕਾ ਸੇਵਕ ਨਰਕਾਂ 'ਚ ਨਹੀਂ ਪਵੇਗਾ, ਸਤਿਗੁਰੂ ਰੱਖਿਆ ਕਰਨਗੇ। ਸੋ ਇਸ ਤਰ੍ਹਾਂ ਉਹ ਜੋ ਪੁਰਖ ਸਰੂਪ ਹੈ, ਪੌਰਖ ਦੇਣ ਵਾਲਾ, ਬਲ ਬਖਸ਼ਣ ਵਾਲਾ ਹੈ। ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ। ਬੜੇ ਬੜੇ ਮਨ ਦੇਵਤੇ ਕਿਨੀ ਕਈ ਯੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਸਾਰੇ ਸੱਚੇ ਪਾਤਸ਼ਾਹ ਜਿਨ੍ਹਾਂ ਆਪ ਜੀ ਤੋਂ ਵੀ ਬਲ ਲੈ ਕਰਕੇ ਕਾਰਜ ਕਰਦੇ ਆ, ਸਾਰਿਆਂ ਨੂੰ ਆਪ ਜੀ ਪੌਰਖ ਬਖਸ਼ਣ ਵਾਲੇ ਹੋ, ਬਲ ਬਖਸ਼ਣ ਵਾਲੇ ਹੋ ਸੱਚੇ ਪਾਤਸ਼ਾਹ ਜੀ। ਸੋ ਪੁਰਖ ਅਰਥ ਇਹੋ ਜਿਹਾ ਜੋ ਸੱਜਣ ਹਰੀ, ਸਾਰਿਆਂ ਦੀ ਸੱਜਣਤਾ ਹੀ ਕਰਨ ਵਾਲਾ, ਸਾਰਿਆਂ ਦੀ ਮਿੱਤਰਤਾ ਨਿਭਾਉਣ ਵਾਲਾ, ਸਾਰਿਆਂ ਨੂੰ ਆਪਣੇ ਗਲ ਲਾਉਣ ਵਾਲਾ, ਸਾਰਿਆਂ ਦਾ ਭਲਾ ਕਰਨ ਵਾਲਾ, ਇਹੋ ਜਿਹੇ ਨੂੰ ਵਿਸਾਰ ਕਰਕੇ ਜੋ ਧੋ ਰੂਪੀ ਛਲ ਰੂਪੀ ਮਾਇਆ ਵਿੱਚ ਲੱਗੀ ਹੈ ਸਾਰੀ ਸ੍ਰਿਸ਼ਟੀ। ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਨਾਸੀ ਓਹ। ਹੇ ਜੀਵ, ਇਹ ਖਿਆਲ ਕਰ, ਜਿੱਥੇ ਪੁੱਤਰ ਤੇ ਕਲੱਤਰ ਇਸਤਰੀ ਨਾ ਹੀ ਧਨ ਤੇਰੇ ਨਾਲ ਜਾਣਾ, ਇਹਨਾਂ ਚੋਂ ਕਿਸੇ ਨੇ ਵੀ ਜਿੱਥੇ ਤੇਰਾ ਸਾਥੀ ਨਹੀਂ ਹੋਣਾ, ਉੱਥੇ ਵਾਹਿਗੁਰੂ ਨਿਭਣ ਵਾਲਾ ਤੇਰੇ ਨਾਲ। ਤਿੱਥੈ ਤੂੰ ਸਮਰੱਥ, ਜਿੱਥੇ ਕੋਏ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਆਪ ਜੀ ਉੱਥੇ ਵੀ ਸਮਰੱਥ ਹੋ ਜਿੱਥੇ ਕੋਈ ਵੀ ਇਹਨਾਂ ਚੋਂ ਨਾਲ ਨਹੀਂ ਨਿਭਦਾ। ਮਾਤਾ ਦੇ ਉਦਰ ਦੇ ਵਿੱਚ ਵੇਖੋ ਕਿਰਮ, ਰਗਤ ਦੇ ਕਿਰਮਾਂ ਦੇ ਵਿੱਚ ਵੀ ਰੱਖਿਆ ਕੀਤੀ। ਜਿੱਥੇ ਜਠਰਾਗਨ ਸਾੜਦੀ ਹੈ ਉਹਦੇ ਵਿੱਚ ਵੀ ਰੱਖਿਆ ਕੀਤੀ। ਫੁੱਲਾਂ ਦੇ ਨਾਲੋਂ ਕੋਮਲ ਸਰੀਰ ਨੂੰ ਜਠਰਾਗਨ ਦਾ ਛੇਕ ਨਹੀਂ ਲੱਗਣ ਦਿੱਤਾ। ਇਸ ਪ੍ਰਕਾਰ ਉਹ ਅਬਿਨਾਸੀ ਸਰੂਪ ਜੋ ਪਰਮੇਸ਼ਰ ਹੈ, हे ਭਾਈ ਉਹਦਾ ਧਿਆਨ ਧਰ, ਉਸ ਅਬਿਨਾਸ਼ੀ ਨੂੰ ਯਾਦ ਕਰ। ਪਲਚ ਪਲਚ ਸਗਲੀ ਮੋਈ, ਝੂਠੈ ਧੰਦੈ ਮੋਹ। ਨਾਸ਼ ਤੋਂ ਰਹਿਤ ਪਰਮੇਸ਼ਰ ਨੂੰ ਤਿਆਗ ਕਰਕੇ, ਉਹਨੂੰ ਵਿਸਾਰ ਕਰਕੇ, ਇਹ ਸਾਰੀ ਜੋ ਸ੍ਰਿਸ਼ਟੀ ਹੈ ਪਲਚ ਪਲਚ ਕਰਕੇ, ਪਰਚ ਪਰਚ ਕਰਕੇ, ਧੰਦਿਆਂ ਦੇ ਝੂਠੇ ਮੋਹ ਦੇ ਵਿੱਚ ਲੱਗ ਲੱਗ ਕਰਕੇ ਸਗਲੀ ਮੋਈ ਸਾਰੀ ਮਰ ਗਈ, ਸਾਰੇ ਹੀ ਨਾਸ਼ ਹੋ ਗਏ।
ਕੋਈ ਵੀ ਨਹੀਂ ਬਚਿਆ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ। ਇਹ ਖਿਆਲ ਕਰੋ ਕਿ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾ ਅੱਗੇ ਜਿੰਨੇ ਵੀ ਇਹ ਸੰਸਾਰ ਵਿੱਚ ਕੀਤੇ ਆ ਨਾ ਕਰਮ, ਸਕਾਮ ਕਰਮ, ਕੋਈ ਪੁੰਨ ਦਾਨ ਕੀਤੇ ਆ, ਵਾਸ਼ਨਾ ਨੂੰ ਧਾਰ ਕੇ, ਇੱਛਾ ਧਾਰ ਕੇ ਕਿ ਮੈਨੂੰ ਫਲਾਣੇ ਐਸ ਪੁੰਨ ਦੇ ਬਦਲੇ ਆਹ ਚੀਜ਼ ਮਿਲੇ, ਉਹ ਕੀਤੇ ਪੁੰਨ ਦਾਨ ਅੱਗੇ ਜੋ ਹਨ ਪ੍ਰਲੋਕ ਦੇ ਵਿੱਚ ਜਦੋਂ ਬੈਤਰਨੀ ਨਦੀ ਦਾ ਘਾਟ ਲੰਘਣਾ ਹੈ, ਉੱਥੇ ਲਹੂ ਪਾਕ ਦੀ ਨਦੀ 'ਚੋਂ ਜਿੱਥੇ ਜੀਵਾਂ ਨੂੰ ਗੋਤੇ ਦਵਾਉਂਦੇ ਆ ਜਮਦੂਤ, ਅਤੇ ਉਹ ਜੀਵ ਕਹਿੰਦਾ ਜੀ ਮੈਂ ਬੜਾ ਮਰ ਗਿਆ, ਦੁਹਾਰੀਆਂ ਦਿੰਦਾ। ਉਸ ਵੇਲੇ ਜੋ ਜਮਦੂਤ ਆ ਕਹਿੰਦੇ ਜਿਹੜੇ ਤੂੰ ਪੁੰਨ ਕੀਤੇ ਆ ਨਾ, ਉਹਨਾਂ ਦਾ ਫਲ ਸਾਨੂੰ ਦੇ ਦੇ ਅਤੇ ਤੈਨੂੰ ਇੱਥੋਂ ਲੰਘਾ ਦਿੰਦੇ ਹਾਂ। ਇਸੇ ਤਰ੍ਹਾਂ ਲਹੂ ਜੋ ਦੂਜੀ ਅੱਗ ਦਾ ਦਰਿਆ ਆਉਂਦਾ, ਅੱਗ ਦੇ ਦਰਿਆ ਵਿੱਚੋਂ ਵੀ ਇਸੇ ਤਰ੍ਹਾਂ ਜਦੋਂ ਜੀਵ ਦੁਖੀ ਹੁੰਦਾ, ਦੁਹਾਈਆਂ ਦਿੰਦਾ, ਜਮਦੂਤ ਇਹਦੇ ਕੋਲੋਂ ਪੁੰਨ ਦਾਨ ਇਹਦੇ ਕੀਤੇ ਖੋਹ ਲੈਂਦੇ ਆ। ਕੋਈ ਪਾਣੀ ਪੀਣ ਬਦਲੇ, ਕੋਈ ਖਾਣ ਬਦਲੇ, ਧੁੱਪ ਲੱਗਦੀ ਹੈ ਤਾਂ, ਪਿਆਸ ਲੱਗਦੀ ਹੈ ਤਾਂ, ਸਾਰੇ ਪੁੰਨ ਦਾਨ ਕੀਤੇ ਹੋਏ ਰਸਤੇ ਵਿੱਚ ਹੀ ਸਾਰੇ ਖੋਹ ਲੈਂਦੇ ਹਨ ਜਮਦੂਤ। ਦਈਓ ਵਿਸਾਰ ਵੇ ਗੋਚਣਾ ਪ੍ਰਭ ਬਿਨ ਅਵਰ ਨਾ ਕੋਏ। ਇਸ ਕਰਕੇ ਇਹ ਪਿਆਰਿਆ, ਇੱਕ ਸਰ ਕੇ ਨਾਮ ਬਿਨਾ ਨਾਮ ਬਿਨ ਅੱਗੇ ਲਈਐ ਖੋਹੇ। ਇੱਕ ਵਾਹਿਗੁਰੂ ਦੇ ਨਾਮ ਬਿਨਾ ਬਾਕੀ ਤੂੰ ਜਿੰਨੇ ਵੀ ਕਰਮ ਕੀਤੇ ਆ ਤੇਰੇ ਅੱਗੇ ਖੋਹ ਲੈਣੇ ਜਾਵਾਂ ਨੇ। ਇਸ ਕਰਕੇ ਤੂੰ ਖਿਆਲ ਕਰ, ਦਈਓ ਜੋ ਪ੍ਰੇਰਕ ਪਰਮੇਸ਼ਰ ਹੈ ਨਾ, ਉਹਨੂੰ ਜੇ ਵਿਸਾਰੇਂਗਾ ਤਾਂ ਵਿਗੁਚਣਾ ਖਰਾਬ ਹੋਵੇਗਾ। ਪ੍ਰਭ ਬਿਨ ਅਵਰ ਨਾ ਕੋਏ, ਤੇ ਇਸ ਪ੍ਰਭੂ ਤੋਂ ਬਿਨਾ ਤੈਨੂੰ ਰੱਖਣ ਨੂੰ ਹੋਰ ਕੋਈ ਸਮਰੱਥ ਨਹੀਂ ਹੈ, ਜਮਾਂ ਤੋਂ ਬਚਾਉਣ ਨੂੰ ਤੈਨੂੰ ਕੋਈ ਸਮਰੱਥ ਨਹੀਂ ਹੈ। ਭਾਵੇਂ ਕਿਸੇ ਲੀਡਰ ਦੀ ਸ਼ਰਨ ਪੈ ਜਾ, ਭਾਵੇਂ ਕਿਸੇ ਪ੍ਰਧਾਨ ਮੰਤਰੀ ਨਾਲ ਬਣਾ ਲਾ, ਰਾਸ਼ਟਰਪਤੀ ਨਾਲ, UN ਨਾਲ ਜਾ ਕੇ ਬਣਾ ਲਾ, ਭਾਵੇਂ ਇੱਥੇ ਬਹੁਤੇ ਲੋਕ ਇਕੱਠੇ ਕਰ ਲਾ, ਮਗਰ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਕਰਨ ਵਾਲੇ ਇਕੱਠੇ ਕਰ ਲਾ, ਕਿਸੇ ਨੇ ਵੀ ਤੈਨੂੰ ਸਹਾਇਤਾ ਨਹੀਂ ਕਰਨੀ। ਉੱਥੇ ਤਾਂ ਇੱਕ ਵਾਹਿਗੁਰੂ ਤੋਂ ਬਿਨਾ ਇੱਥੇ ਜਿੰਨਾ ਮਰਜ਼ੀ ਤੂੰ ਕਰ ਲਾ, ਸਾਖ ਅਖਵਾ ਲਾ, ਲੀਡਰ ਅਖਵਾ ਲਾ, ਪਰ ਗੁਰੂ ਕਿਆ ਪਿਆਰਿਆ ਇਹ ਖਿਆਲ ਕਰ, ਉੱਥੇ ਜਿੱਥੇ ਸਾਇਰ ਲੰਘਣਾ ਨਾ ਬੜਾ ਸਗਾ, ਜਿੱਥੇ ਗਾੜਾ ਹਨੇਰਾ ਕੰਧੀ ਦਿਸ ਨਾ ਆਵਈ, ਉੱਥੇ ਤੇਰਾ ਇਹਨਾਂ 'ਚੋਂ ਕਿਸੇ ਨੇ ਬੇਲੀ ਹੋਣਾ। ਉੱਥੇ ਇੱਕ ਪ੍ਰਭ ਬਿਨ ਅਵਰ ਨਾ ਕੋਏ, ਵਾਹਿਗੁਰੂ ਤੋਂ ਬਿਨਾ, ਸਤਿਗੁਰੂ ਤੋਂ ਬਿਨਾ, ਸਮਰੱਥ ਸਤਿਗੁਰੂ ਤੋਂ ਬਿਨਾ ਤੇਰਾ ਹੋਰ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੋਵੇਗਾ। ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਇਸ ਕਰਕੇ ਜੋ ਪਰਮ ਪ੍ਰੇਮ ਦੇ ਆਸਪਦ ਜੋ ਬਹੁਤੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗੇ ਆ ਨਾ, ਹੇ ਗੁਰੂ ਕੇ ਪਿਆਰਿਆ, ਉਹਨਾਂ ਦੀ ਤੇ ਬੜੀ ਹੀ ਨਿਰਮਲ ਸ਼ੋਭਾ ਹੈ ਸਿੱਖਾਂ ਦੀ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਸੋ ਸਤਿਗੁਰਾਂ ਦੇ ਚਰਨੀ ਲੱਗ ਕੇ ਤੇ ਕੀ ਕਰਨਾ, ਸਤਿਗੁਰਾਂ ਦੀ ਸ਼ਰਨ ਚ ਆ ਕੇ ਤੇ ਕੀ ਕਹਿਣਾ। ਮੰਗਾਂ ਤੇ ਜੀਵ ਮੰਗਦੇ ਆ ਨਾ, ਜਿਹੜਾ ਵੀ ਗੁਰੂ ਸ਼ਰਨਾਂ ਚ ਆਉਂਦਾ, ਗੁਰੂ ਚਰਨ ਦੀ ਸ਼ਰਨ ਚ ਆਉਂਦਾ, ਹਰ ਕੋਈ ਮੰਗਦਾ। ਕੀ ਬੜੀਆਂ ਬੜੀਆਂ ਮੰਗਾਂ ਮੰਗਦੇ ਆ, ਥੇਲੀ ਦੇ ਕੇ ਤੇ ਹਵੇਲੀ ਮੰਗਦੇ ਆ, ਗੰਢਾ ਦੇ ਕੇ ਠੰਡਾ ਮੰਗਦੇ ਆ। ਗੁਰੂ ਦੇ ਦਿੱਤੇ ਜੋ ਪਹਿਲਾਂ ਮੰਗਦੇ, ਮਹਾਰਾਜ ਆਹ ਦਿਓ ਉਹ ਦਿਓ। ਜੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਿੰਦੇ ਆ, ਉਹਦੇ ਤੋਂ ਫਿਰ ਆਕੜ ਕੇ ਜੇ ਥੋੜ੍ਹਾ ਉਹਦਾ ਦਸਵੰਧ ਉਹ ਵੀ ਪੂਰਾ ਨਹੀਂ ਕੱਢਦੇ, ਔਰ ਜਿੰਨਾ ਕੱਢਦੇ ਬੜਾ ਆਕੜ ਕੇ ਦੱਸਦੇ ਆ ਵੀ ਆਹ ਕੀਤਾ ਅਸੀਂ, ਆਹ ਦਿੱਤਾ ਗੁਰੂ ਨੂੰ। ਗੁਰੂ ਕੇ ਬਹਿਰੇ ਗੁਰੂ ਨੂੰ ਕੌਣ ਦੇ ਸਕਦਾ, ਗੁਰੂ ਸਾਰਿਆਂ ਨੂੰ ਦੇ ਰਿਹਾ। ਉਹੀ ਨਿਮਰਤਾ ਜੋ ਪਹਿਲਾਂ ਮੰਗਣ ਵੇਲੇ ਸੀ ਨਾ, ਉਦੋਂ ਵੀ ਉਹ ਰੱਖਣੀ ਹੈ। ਜਦੋਂ ਦਸਵੰਧ ਕੱਢਣਾ, ਜਦੋਂ ਮੰਗ ਰਹੇ ਸੀ ਉਦੋਂ ਕਹਿ ਰਹੇ ਸੀ ਮਹਾਰਾਜ ਸਾਨੂੰ ਦਿਓ, ਅਸੀਂ ਆਪ ਜੀ ਦੀ ਸੇਵਾ 'ਚ ਲੱਗੇ ਰਹੀਏ। ਜਦੋਂ ਦਸਵੰਧ ਕੱਢਿਆ ਉਦੋਂ ਦਾਨੀ ਬਣ ਗਏ। ਦਾਨੀ ਨਹੀਂ, ਸੱਚੇ ਪਾਤਸ਼ਾਹ ਤੇਰਾ ਦਿੱਤਾ ਤੇਰੇ 'ਚੋਂ ਦੇ ਰਹੇ ਹਾਂ, ਅਸੀਂ ਵੀ ਇਹ ਵੀ ਨਹੀਂ ਪੂਰਾ ਕਰ ਰਹੇ, ਮਹਾਰਾਜ ਸਾਨੂੰ ਬਖਸ਼ ਲੈ, ਤੇਰਾ ਹੀ ਦਿੱਤਾ ਦੇ ਰਹੇ ਹਾਂ। ਔਰ ਇਹ ਕਿਰਪਾ ਕਰ ਸਾਡੇ 'ਤੇ ਕਿ ਅਸੀਂ ਅੱਗੇ ਵੀ ਦਿੰਦੇ ਰਹੀਏ, ਅੱਗੇ ਵੀ ਆਪ ਜੀ ਦੇ ਚਰਨਾਂ ਨਾਲ ਲੱਗੇ ਰਹੀਏ ਸੱਚੇ ਪਾਤਸ਼ਾਹ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ, ਨਾ ਕਿ ਜੇ ਸਤਿਗੁਰਾਂ ਨੇ ਕਿਰਪਾ ਕਰਕੇ ਤਰੁੱਠ ਕਰਕੇ ਜੇ ਇਹ ਸੇਵਾ ਕਰਾਈਏ ਨਾ ਤਨ ਨਾਲ, ਮਨ ਨਾਲ, ਧਨ ਨਾਲ, ਇਹ ਸਮਝੋ ਸਤਿਗੁਰੂ ਜੀ ਦੀ ਗੁਰਸਿੱਖ 'ਤੇ ਖੁਸ਼ੀ ਹੈ। ਇਹ ਖੁਸ਼ੀ ਸਤਿਗੁਰੂ ਜੀ ਨੇ ਕੀਤੀ ਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨਾ।
ਨਾ ਕਿ ਜਿੰਨੀ ਕੁ ਸੇਵਾ ਕੀਤੀ ਫੂੰ ਫੂੰ ਕਰਕੇ ਉਹ ਸੇਵਾ ਗਵਾ ਲਈਏ। ਸੰਗਤ 'ਚ ਆ ਕੇ ਮਾੜਾ ਚੰਗਾ ਬੋਲ ਕੇ ਮੈਂ ਚੰਗਾ ਤੁਸੀਂ ਮਾੜੇ, ਮੈਂ ਬਹੁਤੀ ਸੇਵਾ ਕੀਤੀ ਤੁਸੀਂ ਕਰ ਹੀ ਨਹੀਂ ਸਕਦੇ। ਇਹਦਾ ਨਹੀਂ, ਜਿੰਨੀ ਕਿਸੇ ਕੋਲ ਸਤਿਗੁਰਾਂ ਕਰਾ ਲਈ ਉਹਦੇ ਵੱਡੇ ਭਾਗ। ਜੇ ਤੇਰੇ ਤੋਂ ਬਹੁਤੀ ਕਰਾਈ ਤੇ ਤੂੰ ਸਤਿਗੁਰੂ ਜੀ ਦਾ ਬਹੁਤਾ ਸ਼ੁਕਰਾਨਾ ਕਰ। ਸੱਚੇ ਪਾਤਸ਼ਾਹ ਆਪ ਜੀ ਦੀ ਸੇਵਾ 'ਚ ਲੱਗੇ ਜਿਹੜੇ ਉਹ ਵੱਡਿਆਂ ਭਾਗਾਂ ਵਾਲੇ ਆ। ਬਿਨਾਂ ਭਾਗਾਂ ਤੋਂ ਸੇਵਾ ਨਹੀਂ ਆਪ ਜੀ ਦੀ ਹੋ ਸਕਦੀ। ਮਹਾਰਾਜ ਇਹ ਕਰੋੜਾਂ ਅਰਬਾਂ ਜੋੜੇ ਇੱਥੇ ਪਏ ਰਹਿ ਜਾਂਦੇ ਆ ਚੰਗੇ ਥਾਂ। ਆਪ ਜੀ ਦੀ ਸੇਵਾ 'ਚ ਕੋਈ ਨਹੀਂ ਮਾੜੇ ਭਾਗਾਂ ਵਾਲਾ ਲਾ ਸਕਦਾ। ਇਸ ਕਰਕੇ ਉਹੀ ਬਿਰਤੀ ਖਿਆਲ ਰੱਖਣੀ। ਜਦੋਂ ਦਾ ਕੋਈ ਕੰਮ ਆ ਉਦੋਂ ਤਾਂ ਕਹਿੰਦੇ ਮਹਾਰਾਜ ਅਸੀਂ ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਗੁਰੂ ਘਰ ਦਾ ਗੋਹਾ ਚੁੱਕਣ ਨੂੰ ਵੀ ਤਿਆਰ ਆ, ਅਸੀਂ ਸੋ ਝਾੜੂ ਮਾਰਨ ਨੂੰ ਵੀ ਤਿਆਰ ਆ, ਸਾਨੂੰ ਆਪਣੀ ਚਰਨੀ ਲਾਇਓ। ਔਰ ਜਦੋਂ ਕਿਤੇ ਮਹਾਰਾਜ ਨੇ ਥੋੜ੍ਹੇ ਜਿਹੇ ਸੁੱਖ ਦੇ ਦਿੱਤੇ, ਧਨ ਦੇ ਦਿੱਤਾ, ਉਦੋਂ ਕਹਿੰਦੇ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ, ਕੀ ਕਰੀਏ, ਕੋਈ ਨਹੀਂ ਬੰਦਾ ਘੱਲ ਦਾਂਗੇ, ਜਾਂ ਕੋਈ ਨਹੀਂ ਵੇਖਾਂਗੇ ਜੇ ਟਾਈਮ ਨਿਕਲਾ ਤੇ ਆ ਜਾਵਾਂਗੇ। ਅਤੇ ਹੁਣ ਕੰਮ ਹੀ ਬੜਾ ਬਿਜੀ ਹੋ ਗਿਆ ਤੇ ਆ ਹੀ ਨਹੀਂ ਸਕਦੇ। ਨਹੀਂ ਗੁਰੂ ਪਿਆਰਿਆ, ਉਹੀ ਬਿਰਤੀ ਪਹਿਲਾਂ ਜਿਹੜੀ ਰੱਖੀ ਸੀ ਨਾ ਉਹੀ ਹੁਣ ਰੱਖਣੀ ਆ। ਆਦੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਪੈ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਬੇਨਤੀਆਂ ਕਰਦੇ ਰਹਿਣਾ। ਚੰਗੇ ਗੁਣ ਕਰਨੇ ਆ, ਚੰਗੇ ਕਰਮ ਕਰਨੇ ਆ, ਚੰਗੇ ਕਰਮ ਕਰਦੇ ਆ, ਆਪਣੇ ਆਪ ਨੂੰ ਨੀਚ ਅਖਵਾਉਣਾ। ਪਰ ਸਾਡੇ ਮਨਾਂ ਦਾ ਕੀ ਸੁਭਾਅ ਹੈ, ਕੰਮ ਤੇ ਮਨ ਜਿਹੜੇ ਆ ਉਹ ਮਾੜੇ ਕਰਨ ਨੂੰ ਤਿਆਰ ਆ। ਭੈੜੇ ਮਨ ਵੇਖਦੇ ਆ ਕਿ ਕੋਈ ਹੁਣ ਮੈਨੂੰ ਵੇਖ ਨਹੀਂ ਰਿਹਾ ਤੇ ਜੋ ਕੋਈ ਮਰਜ਼ੀ ਕਰ ਲਓ। ਔਰ ਜੇ ਕਿਸੇ ਨੇ ਵੇਖ ਵੀ ਲਿਆ ਮੁੱਕਰ ਜਾਂਦੇ ਆ, ਨਹੀਂ ਮੈਂ ਤਾਂ ਕੀਤਾ ਨਹੀਂ, ਚੰਗਾ ਖਵਾਉਣ ਨੂੰ ਤਿਆਰ ਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਪਿਆਰਿਆ, ਜੇ ਤੂੰ ਆਪਣਾ ਭਲਾ ਲੋਚਦਾ ਤੇ ਕੀ ਕਰ, ਜੇ ਲੋੜ ਇਹ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ। ਜੇ ਤੂੰ ਆਪਣਾ ਭਲਾ ਲੋਚਦਾ ਨਾ ਕਿ ਮੇਰਾ ਭਲਾ ਹੋ ਜੇ, ਮੇਰੇ ਜੀ ਦਾ ਭਲਾ ਹੋ ਜੇ, ਤਾਂ ਚੰਗੇ ਕੰਮ ਕਰਕੇ ਤੇ ਕਹਿ ਮੈਂ ਤਾਂ ਬੜਾ ਮਾੜਾ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ। ਇਹ ਸੰਗਤ ਜੀ ਕਿਰਪਾ ਕਰਿਓ ਮੇਰੇ ਤੇ ਵੀ, ਮੈਂ ਵੀ ਗੁਰੂ ਕੀ ਸੰਗਤ ਦੀ ਸਦਾ ਹੀ ਚਰਨੀ ਪਿਆ ਰਹਾਂ। ਇਸ ਤਰ੍ਹਾਂ ਕਰਨ ਵਾਲਾ ਗੁਰੂ ਕਾ ਸਿੱਖ ਉਹਨੂੰ ਕਦੀ ਵੀ ਰੁਕਾਵਟ ਨਹੀਂ ਪੈ ਸਕਦੀ, ਉਹਦਾ ਸਦਾ ਭਲਾ ਹੀ ਹੋਵੇਗਾ। ਔਰ ਜਿਹੜਾ ਕੋਈ ਚੰਗਾ ਕੀਤਾ ਵੀ ਆ ਤੇ ਉਹਦਾ ਹੰਕਾਰ ਕਰ ਲੈਂਦਾ ਗੁਰੂ ਪਿਆਰਿਓ, ਪ੍ਰਤੱਖ ਵੀ ਵੇਖੀਦਾ, ਉਹ ਕੀਤਾ ਕਰਾਇਆ ਆਪਣਾ ਸਾਰਾ ਗਵਾ ਲੈਂਦੇ ਆ ਤੇ ਲਾਹਨਤਾਂ ਪਵਾ ਕੇ ਜਾਂਦੇ ਆ ਫਿਰ। ਇਸ ਕਰਕੇ ਸੰਗਤ ਦੇ ਵਿੱਚ ਸਦਾ ਹੀ ਸੰਗਤ ਦੇ ਅੱਗੇ ਨੀਵੇਂ ਰਹਿਣਾ ਚਾਹੀਦਾ। ਸਤਿਗੁਰੂ ਜੀ ਦੇ ਚਰਨਾਂ 'ਚ ਕਿਵੇਂ ਬੇਨਤੀਆਂ ਕਰਨੀਆਂ, ਮਹਾਰਾਜ ਆਪ ਹੀ ਕਿਰਪਾ ਕਰਕੇ ਬੇਨਤੀ ਕਰਨ ਦੀ ਜਾਚ ਦੱਸਦੇ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ 'ਚ ਸਾਡੀ ਬੇਨਤੀ ਹੈ, ਆਪ ਜੀ ਤਾਂ ਪ੍ਰਾਪਤ ਰੂਪ ਹੀ ਹੋ, ਪਰ ਕਿਰਪਾ ਕਰਕੇ ਸਾਨੂੰ ਮਿਲੋ। ਸਾਡੇ ਇਹ ਜੋ ਨੇਤਰਾਂ ਦੇ ਵਿੱਚ ਭਰਮ ਦੇ ਫੋਲੇ ਪਏ ਆ ਨਾ, ਇਹਨਾਂ ਨੂੰ ਦੂਰ ਕਰਕੇ ਸਾਨੂੰ ਆਪ ਜੀ ਕਿਰਪਾ ਕਰਕੇ ਪ੍ਰਤੱਖ ਦਰਸ਼ਨ ਦੇ ਕੇ ਨਿਹਾਲ ਕਰੋ। ਸਾਨੂੰ ਅਭੇਦਤਾ ਦਾ ਦਰਸ਼ਨ ਦਿਓ, ਆਪਣੇ ਅਭੇਦ ਰੂਪੀ ਗਲੇ ਦੇ ਨਾਲ ਕੰਠ ਨਾਲ ਲਾ ਲਿਓ। ਇਸ ਤਰ੍ਹਾਂ ਬੇਨਤੀਆਂ ਕਰੀਏ। ਵੈਸਾਖ ਸੁਹਾਵਾ ਤਾਂ ਲੱਗੈ, ਜਾ ਸੰਤ ਭੇਟੈ ਹਰਿ ਸੋਏ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਇਹ ਸ਼ਬਦ ਦੀ ਸੰਪੂਰਨਤਾ ਕਰਦਿਆਂ ਫਰਮਾਉਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਕਿ ਵਿਸਾਖ ਦਾ ਮਹੀਨਾ ਇਹ ਤਾਂ ਹੀ ਸੋਭਨੀਕ ਹੈ, ਸੋਹਣਾ ਲੱਗਦਾ ਹੈ, ਜੇ ਇਸ ਮਹੀਨੇ ਦੇ ਵਿੱਚ ਸੋ ਸੰਤ ਭੇਟੇ ਗੁਰੂ ਸੱਚੇ ਪਾਤਸ਼ਾਹ ਜੀ ਸ਼ਾਂਤ ਆਤਮਾ ਵਾਲੇ ਸਤਿਗੁਰੂ ਜੀ ਮਿਲਣ, ਜਾਂ ਸਤਿਗੁਰੂ ਜੀ ਦੀ ਜਿਨ੍ਹਾਂ 'ਤੇ ਕਿਰਪਾ ਹੈ, ਜਿਨ੍ਹਾਂ ਦੀ ਆਤਮਾ ਸ਼ਾਂਤ ਹੋ ਗਈ, ਮਨ ਸ਼ਾਂਤ ਹੋ ਗਿਆ ਵਿਕਾਰਾਂ ਵੱਲੋਂ, ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ, ਈਰਖਾ ਨਹੀਂ ਹੈ ਜਿਨ੍ਹਾਂ ਦੇ ਹਿਰਦੇ ਵਿੱਚ, ਇਹੋ ਜਿਹੇ ਸੰਤ ਪਿਆਰੇ ਮਿਲ ਜਾਣ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਦਾਸ ਕੋਲੋਂ ਤੁੱਛ ਬੁੱਧੀ ਨਾਲ ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਕਿਰਪਾ ਕਰਕੇ ਖਿਮਾ ਬਖਸ਼ਣ, ਆਪ ਸੰਗਤ ਨੇ ਬਖਸ਼ ਲੈਣਾ। ਅੱਗੇ ਤੋਂ ਸਮਤ ਬਖਸ਼ਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਨੀ। ਗਰੀਬ ਨਵਾਜ ਆਪਣੇ ਚਰਨਾਂ ਦੀ ਪ੍ਰੀਤ ਪ੍ਰਤੀਤ ਬਖਸ਼ ਕੇ ਸਾਨੂੰ ਸਾਰਿਆਂ ਨੂੰ ਨਿਹਾਲ ਕਰਨ। ਇੱਕ ਵਾਰ ਫਿਰ ਗੁਰੂ ਖਾਲਸੇ ਪੰਥ ਨੂੰ ਦਾਸ ਵੱਲੋਂ ਜਥੇ ਵੱਲੋਂ ਸੋ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਸਾਰੇ ਸਿੰਘਾਂ ਨੂੰ, ਸਾਰੀ ਸੰਗਤ ਨੂੰ ਖਾਲਸੇ ਦੇ ਗੁਣ ਬਖਸ਼ ਕੇ ਆਪਣੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਨਿਹਾਲ ਕਰਨ। ਰਹਿਤਾਂ 'ਚ ਤਿਆਰ ਬਰ ਤਿਆਰ ਰੱਖਣ। ਗੁਰੂ ਮਹਾਰਾਜ ਜੀ ਆਪਣੇ ਚਰਨਾਂ ਦਾ ਪ੍ਰੇਮ ਬਖਸ਼ਣ। ਗੁਰੂ ਦੇ ਚਰਨਾਂ ਦਾ ਪ੍ਰੇਮ ਸਤਿਗੁਰੂ ਬਖਸ਼ ਦੇਣ ਤਾਂ ਮਨ ਸਦਾ ਆਨੰਦ 'ਚ ਰਹਿੰਦਾ। ਜੇ ਪ੍ਰੇਮ ਹੋਰ ਪਾਸੇ ਲੱਗਾ ਕਿ ਫਲਾਣਾ ਕੰਮ ਮੇਰਾ ਸੌਰ ਜੇ, ਆਹ ਹੋ ਜੇ, ਉਹ ਹੋ ਜੇ,
ਕਿਸੇ ਵੇਲੇ ਕਿ ਪਰਾਰਬਧ ਅਨੁਸਾਰ ਕੋਈ ਕੰਮ ਦੇ ਵਿੱਚ ਵਿਘਨ ਪੈਣ ਕਰਕੇ ਉਹ ਫਿਰ ਬੜਾ ਝੂਰਦਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪ੍ਰੇਮ ਹੈ ਤੇ ਸਤਿਗੁਰੂ ਜੀ ਦੇ ਸਿੱਖ ਨੂੰ ਸਦਾ ਆਨੰਦ ਹੈ। ਇਹ ਸਤਿਗੁਰੂ ਕਿਰਪਾ ਕਰਕੇ ਦਾਤ